क्योंकि ਜਿਹੜੇ 3 ਕਾਲੇ ਕਾਨੂੰਨ ਇਸ ਮੋਦੀ ਨੇ ਬਣਾਏ ਸੀ, ਭਾਜਪਾ ਨੇ ਬਣਾਏ ਸੀ, ਉਹਦੇ ਖਿਲਾਫ ਅੱਜ ਪੂਰਾ ਦੇਸ਼ ਨਹੀਂ ਦੁਨੀਆ ਦੇ ਲੋਕ ਜਿਹੜੇ ਆ ਅੱਜ ਸੜਕਾਂ 'ਤੇ ਆ। ਤੇ ਪੰਜਾਬ ਵਿੱਚ ਇਲੈਕਸ਼ਨ ਆ, ਉਹਨਾਂ ਨੇ ਐਲਾਨ ਕਰ ਦਿੱਤਾ ਵੀ ਮਿਸ਼ਨ ਪੰਜਾਬ 2022 ਉਹਦਾ ਮਤਲਬ ਹੈ ਵੀ ਇਹ ਜਿਹੜਾ ਕੁਛ ਸਿਸਟਮ ਪੰਜਾਬ ਚੱਲਦਾ ਇਹਨੂੰ ਤਬਦੀਲ ਕਰਨਾ, ਸਿਸਟਮ ਨੂੰ ਤਬਦੀਲ ਕਰਨਾ। ਔਰ ਜਿਹੜੀ ਇਹ ਪਾਰਟੀਆਂ ਪੁਰਾਣੀਆਂ ਆ ਇਹਨਾਂ ਨੇ ਤਾਂ ਬਹੁਤ ਕੁੱਟੇ ਆ, ਲੁੱਟੇ ਆ, ਇਹਨਾਂ ਨੇ ਨੁਕਸਾਨ ਕੀਤੇ ਆ ਔਰ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ, ਲੇਕਿਨ ਹੁਣ ਆਪਣੀ ਵੋਟ ਆਪਣੇ ਹੀ ਉਮੀਦਵਾਰ ਨੂੰ ਪਾਉਣੀ ਹੈ। ਸੱਚਖੰਡ ਬੱਲਾ ਡੇਰਾ ਆ, ਉੱਥੇ ਅਸੀਂ ਆਪਣੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸਰਦਾਰ ਗੁਰਨਾਮ ਸਿੰਘ ਚਰੂਨੀ ਜੀ ਅਤੇ ਸਾਰੀ ਟੀਮ ਸਾਡੀ ਅਸੀਂ ਇੱਥੇ ਪੁੱਜੇ ਸੀ ਅਤੇ ਅਸੀਂ ਉੱਥੇ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਰਵਿਦਾਸੀਆ ਕੌਮ ਦਾ ਬਹੁਤ ਵੱਡਾ ਯੋਗਦਾਨ ਜੋ ਕਿਸਾਨਾਂ ਦੇ ਨਾਲ ਵੀ ਡਟ ਕੇ ਖੜੀ ਹੋਈ ਹੈ। ਕਿ ਤੁਸੀਂ ਕੋਈ ਪਾਰਟੀ ਬਣਾ ਰਹੇ ਆ ਕਿਸਾਨ ਆਗੂਆਂ ਦੇ ਨਾਲ ਰਲ ਕੇ ਕਿ ਜੋ ਇੱਕ ਸਮਾਜ ਨੂੰ ਸੇਧ ਦੇਣ ਵਾਲੀ ਹੋਵੇ? ਦੇਖੋ ਪਾਰਟੀ ਤਾਂ ਲੱਗਦੀ ਜ਼ਰੂਰ ਆਏਗੀ, ਪਰ ਹਜੇ ਨਾਮ ਨਹੀਂ ਸੋਚਿਆ, ਕਿਉਂਕਿ ਨਾਮ ਤਾਂ ਜਿੰਨੇ ਵੀ ਘੱਟ ਗਿਣਤੀ ਲੋਕ ਆ ਇਕੱਠੇ ਹੋ ਜਾਓ ਬਈ, ਇਕੱਠੇ ਹੋ ਕੇ ਆਪਾਂ ਜਦੋਂ 85% ਅਸੀਂ ਆ ਤਾਂ ਰਾਜ ਸਾਡਾ ਹੋਣਾ ਚਾਹੀਦਾ। ਪਰ ਅਸੀਂ ਉਹ ਜਿਹੜਾ ਪੰਜਾਬ ਵਿੱਚ ਸੁਪਨਾ ਪੂਰਾ ਨਹੀਂ ਕਰ ਸਕੇ। ਲੇਕਿਨ ਅੱਜ ਤਾਂ ਤੁਸੀਂ ਦੇਖੇ ਹੁਣ ਵੀ ਬਹੁਜਨ ਸਮਾਜ ਪਾਰਟੀ ਜਿਹੜੀ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਸੀ ਅੱਜ ਬਾਦਲ ਬਣ ਗਈ ਆ, ਅਤੇ ਅੱਜ ਜਿਹੜੇ ਸਮਝੌਤਾ ਹੋਇਆ ਉਹ ਸਮਝੌਤਾ ਨਹੀਂ ਕਹਿ ਸਕਦੇ। ਮਤਲਬ ਅੱਜ ਜਦੋਂ ਵੀ ਕਿਤੇ ਗੱਲ ਹੁੰਦੀ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇੱਦਾਂ ਨਹੀਂ, ਇੱਦਾਂ ਕਰ ਲਓ, ਉਹ ਕਹਿੰਦੇ ਨਹੀਂ ਇਹ ਤਾਂ ਬਾਦਲ ਸਾਹਿਬ ਨਾਲ ਗੱਲ ਕਰਨੀ ਪੈਣੀ ਹੈ। ਇਹਦਾ ਮਤਲਬ ਬਹੁਜਨ ਸਮਾਜ ਪਾਰਟੀ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਨਹੀਂ, ਉਹ ਤਾਂ ਬਾਦਲਾਂ ਦੀ ਬਣ ਗਈ। ਅੱਜ ਤਾਂ ਇਹ ਕਹਿ ਸਕਦੇ ਆ ਵੀ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਮਿਸ਼ਨ ਇਹਨਾਂ ਲੋਕਾਂ ਨੇ ਤਬਾਹ ਕਰ ਦਿੱਤਾ। ਕਿ ਪਿੱਛੇ ਜੇ ਜਿਸ ਤਰ੍ਹਾਂ ਦੀਆਂ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਕਾਫੀ ਜਿਹੜਾ ਕਿਸਾਨ ਮਜ਼ਦੂਰ ਦਾ ਇੱਕ ਆਪਸੀ ਭਾਈਚਾਰਾ ਸਾਂਝ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿ ਜਿਹੜਾ ਪਿਛਲੇ ਦਿਨੀ ਝੋਨੇ ਦੀ ਲਵਾਈ ਨੂੰ ਲੈ ਕੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਲੌਸਮੈਂਟਾਂ ਹੁੰਦੀਆਂ, ਕਿ ਉਸ 'ਤੇ ਤੁਸੀਂ ਕਿਸਾਨ ਆਗੂਆਂ ਦੇ ਨਾਲ ਜਾਂ ਜਿਹੜੇ ਕਿਸਾਨ ਆਗੂ ਆ ਇਹ ਜਿਹੜੀਆਂ ਲੌਸਮੈਂਟਾਂ ਕਰਦੇ ਆ, ਕਿ ਜਾਂ ਤਾਂ ਤੁਸੀਂ ਤੁਹਾਡਾ ਤਾਲਮੇਲ ਜਿਹੜਾ ਆ ਕਿਸਾਨ ਆਗੂਆਂ ਨਾਲ ਨੈਸ਼ਨਲ ਲੈਵਲ 'ਤੇ ਵੱਡੇ ਲੈਵਲ 'ਤੇ ਜਿਹੜਾ ਉਹ ਹੋਇਆ ਆ, ਕਿ ਤੁਸੀਂ ਉਹਨਾਂ ਦੇ ਨਾਲ ਇਹ ਮਜ਼ਦੂਰਾਂ ਦੀ ਜਿਹੜੀ ਗੱਲ ਵਾ ਕਿ ਉਹਨਾਂ ਦੇ ਪੱਖ ਦੀ ਗੱਲ ਉਹਨਾਂ ਦੇ ਨਾਲ ਕਰਦੇ ਆ? ਤੁਸੀਂ ਕਾਫੀ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਤੋਂ ਕੰਮ ਕਰਦੇ ਆ ਰਹੇ ਸੀ, ਤੁਸੀਂ ਪ੍ਰਧਾਨ ਵੀ ਰਹੇ ਆ। ਜਦੋਂ ਤੋਂ ਤੁਹਾਨੂੰ ਬਹੁਜਨ ਸਮਾਜ ਪਾਰਟੀ ਤੋਂ ਬਰਖਾਸਤ ਕੀਤਾ ਗਿਆ ਉਸ ਤੋਂ ਬਾਅਦ ਕਿਸੇ ਲੀਡਰਾਂ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਾਰਨ ਕੀ ਰਿਹਾ ਕਿ ਤੁਸੀਂ ਬਹੁਜਨ ਸਮਾਜ ਪਾਰਟੀ ਤੋਂ ਤੁਹਾਨੂੰ ਬਰਖਾਸਤ ਕੀਤਾ ਗਿਆ? ਦੇਖੋ ਮੈਂ ਪਹਿਲੇ ਕੁਛ ਮਾੜਾ ਮੋਟਾ ਹਿੰਟ ਦੇ ਕੇ ਹਟਿਆ ਵੀ ਸਾਡਾ ਜਿਹੜਾ ਪ੍ਰਧਾਨ ਆ ਉਹਨੂੰ ਇੱਦਾਂ ਲੱਗਣ ਲੱਗ ਪਿਆ ਸੀ ਕਿ ਮੈਂ ਹੁਣ ਉਪ ਮੁੱਖ ਮੰਤਰੀ ਬਣਦਾ, ਕਿਉਂਕਿ ਮੇਰੇ ਸਾਹਮਣੇ ਕੋਈ ਵੀ ਤਕੜਾ ਚਿਹਰਾ ਨਾ ਨਜ਼ਰ ਆ ਜਾਏ, ਅਤੇ ਜੇ ਕਿਤੇ ਇਹ MLA ਬਣ ਗਏ ਤਾਂ ਕਿਤੇ ਭੈਣ ਜੀ ਕਹਿ ਨਾ ਦੇਵੇ ਵੀ ਭਾਈ ਤੂੰ ਨਹੀਂ, ਤੂੰ ਤਾਂ ਪ੍ਰਧਾਨ ਆ, ਇਹ ਬਣ ਜਾਊਗਾ। ਜੈ ਗੁਰਦੇਵ, ਧੰਨ ਗੁਰਦੇਵ। ਤੁਸੀਂ ਦੇਖ ਰਹੇ ਹੋ ਜੀ ਰਵਿਦਾਸੀਆ TV। ਸੋ ਅੱਜ ਅਸੀਂ ਮਿਲਣ ਪਹੁੰਚੇ ਹਾਂ ਪੰਜਾਬ ਦੇ ਸਾਬਕਾ ਪ੍ਰਧਾਨ ਰਛਪਾਲ ਰਾਜੂ ਜੀ ਬਹੁਜਨ ਸਮਾਜ ਪਾਰਟੀ ਤੋਂ। ਉਹਨਾਂ ਦੇ ਅੱਜ ਅਸੀਂ ਗ੍ਰਹਿ ਵਿਖੇ ਪਹੁੰਚੇ ਹਾਂ, ਜੋ ਬੀਤੇ ਦਿਨੀ ਡੇਰਾ ਸੱਚਖੰਡ ਬੱਲਾ ਵਿਖੇ ਰਛਪਾਲ ਰਾਜੂ ਜੀ ਅਤੇ ਨੈਸ਼ਨਲ ਲੈਵਲ ਦੇ ਕਿਸਾਨ ਆਗੂਆਂ ਦੇ ਨਾਲ ਡੇਰਾ ਸੱਚਖੰਡ ਬੱਲਾ ਵਿਖੇ ਨਮਸਤਕ ਆਉਣ ਲਈ ਗਏ ਸਨ। ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਕਿ ਉਹ ਕਿਸ ਸੰਦਰਭ ਦੇ ਵਿੱਚ ਡੇਰਾ ਸੱਚਖੰਡ ਬੱਲਾ ਵਿਖੇ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਕਿਸ ਸੰਦਰਭ ਦੇ ਵਿੱਚ ਡੇਰਾ ਸੱਚਖੰਡ ਬੱਲਾ ਗਏ ਸਨ। ਸਾਰੇ ਦਰਸ਼ਕਾਂ ਨੂੰ ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਪਿਛਲੇ ਦਿਨੀ ਕਿਉਂਕਿ ਕਿਸਾਨ ਅਤੇ ਮਜ਼ਦੂਰ, ਵਪਾਰੀ, ਫੜੀ ਵਾਲਾ, ਇਹ ਸਾਰੇ ਜਿੰਨੇ ਵੀ ਛੋਟੇ ਵਰਗ ਦੇ ਲੋਕ ਆ ਉਹਨਾਂ ਦਾ ਅੱਜ ਐਜੀਟੇਸ਼ਨ ਜਿਹੜੀ ਆ ਕਿਸਾਨ ਅਤੇ ਮਜ਼ਦੂਰ ਦੀ ਦਿੱਲੀ ਵਿੱਚ ਚੱਲ ਰਹੀ ਆ, ਕਿਉਂਕਿ ਜਿਹੜੇ 3 ਕਾਲੇ ਕਾਨੂੰਨ ਇਸ ਮੋਦੀ ਨੇ ਬਣਾਏ ਸੀ, ਭਾਜਪਾ ਨੇ ਬਣਾਏ ਸੀ, ਉਹਦੇ ਖਿਲਾਫ ਅੱਜ ਪੂਰਾ ਦੇਸ਼ ਨਹੀਂ ਦੁਨੀਆ ਦੇ ਲੋਕ ਜਿਹੜੇ ਆ ਅੱਜ ਸੜਕਾਂ 'ਤੇ ਆ। ਅਤੇ ਅੱਜ ਦੇਸ਼ ਵਿੱਚ ਤਾਂ ਬਹੁਤ ਹਾਹਾਕਾਰ ਆ,
ਹਰ ਚੌਥੇ ਦਿਨ ਧਰਨੇ ਮੁਜ਼ਾਹਰੇ ਸੜਕਾਂ ਤੇ ਕਿਸਾਨ ਮਜ਼ਦੂਰ ਬੈਠੇ ਆ, ਜਿਵੇਂ ਕਿ ਦਿੱਲੀ ਬਾਰਡਰ ਤੇ ਬੈਠੇ ਆ, ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ, ਕਿਉਂਕਿ ਉਹ ਜਿਹੜੀ ਉੱਥੇ 32 ਜਥੇਬੰਦੀਆਂ ਦੇ ਆਗੂ ਬੈਠੇ ਆ, ਉਹ ਸੰਯੁਕਤ ਮੋਰਚਾ ਆ, ਉਹ ਆਪਣੇ ਮੋਰਚੇ ਨੂੰ ਬਹੁਤ ਵਧੀਆ ਢੰਗ ਨਾਲ ਸੇਧ ਦੇ ਰਹੇ, ਚਲਾ ਰਹੇ ਆ। ਉਹਨਾਂ ਵਿੱਚ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ, ਜਿਹੜੇ ਕਿ ਨੈਸ਼ਨਲ ਅਧਿਆਕਸ਼ ਆ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ, ਉਹ ਇੱਕ ਬਹੁਤ ਹੀ ਵਧੀਆ ਇਨਸਾਨ ਆ, ਬਹੁਤ ਹੀ ਜੁਝਾਰੂ ਇਨਸਾਨ ਆ। ਜਦੋਂ ਇੱਥੋਂ ਪੰਜਾਬ 'ਚੋਂ ਕਾਫਲੇ ਗਏ ਸੀ ਦਿੱਲੀ ਬਾਰਡਰ 'ਤੇ, ਤਾਂ ਉਸ ਵੇਲੇ ਜਿਹੜੇ ਸਾਡੇ ਪੰਜਾਬ ਦੇ ਨੇਤਾ ਸੀ, ਉਹਨਾਂ ਨੇ ਫੈਸਲਾ ਕਰ ਲਿਆ ਵੀ ਮੋਹਰੇ ਹਰਿਆਣਾ ਆ ਗਿਆ, ਹਰਿਆਣੇ ਵਿੱਚ ਭਾਜਪਾ ਦਾ ਰਾਜ ਆ, ਉਹ ਸਾਨੂੰ ਅੱਗੇ ਨਹੀਂ ਵਧਣ ਦੇਣਗੇ, ਤੇ ਕੋਈ ਗੱਲ ਨਹੀਂ, ਜਿੱਥੇ ਉਹ ਸਾਨੂੰ ਰੋਕ ਦੇਣਗੇ ਬਾਈ ਉੱਥੇ ਹੀ ਬਹਿ ਜਾਣਾ। ਤਾਂ ਇਹ ਗੱਲ ਜਦੋਂ ਹਰਿਆਣੇ ਦੇ ਆਗੂਆਂ ਨੂੰ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਨੂੰ ਪਤਾ ਲੱਗੀ, ਤਾਂ ਉਹਨਾਂ ਨੇ ਕਿਹਾ ਆਓ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਕਿੱਦਾਂ ਉੱਥੇ ਸਾਰੇ ਜਿੰਨੇ ਆਪਣੇ ਲੋਕ ਸੀ, ਕਿੰਨੇ ਕਿਸਾਨ ਮਜ਼ਦੂਰ ਸੀ, ਕਿੱਦਾਂ ਉੱਥੇ ਗਏ। ਇਹ ਕਹਿ ਸਕਦੇ ਹਾਂ ਵੀ ਚੜੂਨੀ ਜਿਹੜੇ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਆ, ਉਹਨਾਂ ਦੀ ਮਿਹਰਬਾਨੀ ਸਦਕਾ ਉੱਥੇ ਅਸੀਂ ਜਾ ਕੇ ਪੁੱਜੇ ਸੀ। ਅੱਜ ਵੀ ਇਹ ਕਹਿ ਸਕਦੇ ਹਾਂ ਵੀ ਹਰਿਆਣੇ ਦਾ ਬਾਰਡਰ ਆ, ਉੱਥੇ ਰੋਟੀ ਪਾਣੀ ਹੋਰ ਸਭ ਕੁਝ ਜੋ ਵੀ ਚੱਲ ਰਿਹਾ ਇਹਨਾਂ ਦੀ, ਇਹ ਜਿਹੜੀ ਕਿਸਾਨ ਜਥੇਬੰਦੀਆਂ ਹਰਿਆਣੇ ਦੀਆਂ, ਇਹਨਾਂ ਦੀ ਬਦੌਲਤ ਚੱਲਦਾ, ਕਿਉਂਕਿ ਇੱਕ ਇਹੋ ਜਿਹੇ ਇਨਸਾਨ ਉਹਨਾਂ ਨੇ ਇੱਕ ਆਵਾਜ਼ ਬੁਲੰਦ ਕੀਤੀ ਵੀ ਕਿਉਂਕਿ ਸਾਨੂੰ ਕੁਝ ਚੇਂਜਿੰਗ ਕਰਨੀ ਚਾਹੀਦੀ ਆ, ਸਾਨੂੰ ਇਹ ਜਿਹੜੀ ਪੁਰਾਣੀ ਪਾਰਟੀਆਂ ਇਹਨਾਂ ਤੋਂ ਪਰੇ ਹਟ ਕੇ, ਕਿਉਂਕਿ ਆਪਣੇ ਆਪ ਨੂੰ ਕੋਈ ਤਬਦੀਲੀ ਲਿਆਉਣੀ ਚਾਹੀਦੀ ਆ। ਪੰਜਾਬ ਵਿੱਚ ਇਲੈਕਸ਼ਨ ਆ, ਉਹਨਾਂ ਨੇ ਐਲਾਨ ਕਰ ਦਿੱਤਾ ਵੀ ਮਿਸ਼ਨ ਪੰਜਾਬ 2022, ਉਹਦਾ ਮਤਲਬ ਹੈ ਵੀ ਇਹ ਜਿਹੜਾ ਕੁਛ ਸਿਸਟਮ ਪੰਜਾਬ ਚੱਲਦਾ, ਇਹਨੂੰ ਤਬਦੀਲ ਕਰਨਾ, ਸਿਸਟਮ ਨੂੰ ਤਬਦੀਲ ਕਰਨਾ। ਔਰ ਜਿਹੜੀ ਇਹ ਪਾਰਟੀਆਂ ਪੁਰਾਣੀਆਂ ਆ, ਇਹਨਾਂ ਨੇ ਤਾਂ ਬਹੁਤ ਕੁੱਟੇ ਆ, ਲੁੱਟੇ ਆ, ਇਹਨਾਂ ਨੇ ਨੁਕਸਾਨ ਕੀਤੇ ਆ, ਔਰ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ। ਲੇਕਿਨ ਹੁਣ ਆਪਣੀ ਵੋਟ ਆਪਣੇ ਹੀ ਉਮੀਦਵਾਰ ਨੂੰ ਪਾਉਣੀ ਆ ਆਪਣਾ, ਕਿਉਂਕਿ ਜਦੋਂ ਤੁਸੀਂ ਅੱਜ ਸਾਨੂੰ 10 ਮਹੀਨੇ ਬੈਠਿਆਂ ਨੂੰ ਹੋ ਗਏ ਉੱਥੇ ਤਕਰੀਬਨ, ਤਾਂ ਸਾਨੂੰ ਸੁਣਿਆ ਨਹੀਂ ਗਿਆ। ਅੱਜ ਮੋਦੀ ਨੇ ਬਈ ਇਹ ਸਾਨੂੰ ਇਹ ਸਮਝਦੇ ਉਹਦੇ ਜੂਏ ਹੀ ਨਹੀਂ ਸਰਕਦੀ। ਲੇਕਿਨ ਜਦੋਂ ਕਿਤੇ ਹੁਣੇ ਪਿੱਛੇ ਜਿਹੇ ਖੱਟੜ ਨੇ ਕਿਤੇ ਜਿਹੜਾ ਮੁੱਖ ਮੰਤਰੀ ਆ ਹਰਿਆਣੇ ਦਾ, ਉਹ ਕਿਤੇ ਜਲਸਾ ਹੋਣਾ ਸੀ, ਉੱਥੇ ਕਿਸਾਨ 15 ਕਿਲੋਮੀਟਰ ਦੂਰ ਇਕੱਠੇ ਹੋਏ ਕਾਲੀ ਝੰਡੀਆਂ ਲੈ ਕੇ, ਲੇਕਿਨ ਉਹ ਉੱਥੇ ਹੀ ਲਾਠੀ ਚਾਰਜ ਕਰਤਾ। ਇੱਕ ਵਾਰੀ ਨਹੀਂ ਹੋਇਆ, ਇੱਕ ਵਾਰੀ ਕੀਤਾ, 2 ਵਾਰੀ ਕੀਤਾ, 3-4 ਵਾਰੀ ਲਾਠੀ ਚਾਰਜ ਹੋਇਆ। ਇੰਨਾ ਜ਼ਬਰਦਸਤ ਲਾਠੀ ਚਾਰਜ ਕੀਤਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਡੀ ਪਸਲੀਆਂ ਤੋੜ ਦਿੱਤੀਆਂ ਗਈਆਂ। ਔਰ ਇੱਕ ਜਿਹੜਾ ਨੌਜਵਾਨ ਸੀ, ਉਹ ਸੱਟਾਂ ਨੂੰ ਨਾ ਸਹਾਰਦਾ ਹੋਇਆ, ਉਹਦੀ ਮਤਲਬ ਡੈਥ ਹੋ ਗਈ, ਉਹ ਸ਼ਹੀਦੀ ਪਾ ਗਿਆ। ਲੇਕਿਨ ਉਹਦੀ ਜਦੋਂ ਫਿਰ ਚੜੂਨੀ ਸਾਹਿਬ ਨੇ ਉੱਥੇ ਹੋਕਾ ਦਿੱਤਾ ਵੀ ਆਓ ਆਪਾਂ ਆਪਣਾ ਪੂਰਾ ਹਰਿਆਣਾ ਬੰਦ ਕਰੀਏ, ਕਿਉਂਕਿ ਸਾਡੇ ਨਾਲ ਜ਼ੁਲਮ ਹੋਇਆ, ਤਸ਼ੱਦਦ ਹੋਇਆ। ਲੇਕਿਨ ਜਦੋਂ ਬੰਦ ਕੀਤਾ ਤਾਂ ਇਹ ਗੱਲ, ਅਸੀਂ ਵੀ ਗਏ ਸੀ ਪੰਜਾਬ ਵਿੱਚੋਂ, ਮਿਸ਼ਨ ਪੰਜਾਬ 2022 ਦੇ ਜਿੰਨੇ ਆਗੂ ਸੀ ਸਾਥੀ ਸਾਰੇ ਪੁੱਜੇ ਉੱਥੇ। ਅਸੀਂ ਤਕਰੀਬਨ ਕਹਿ ਸਕਦੇ ਹਾਂ ਵੀ 250 ਗੱਡੀ ਲੱਗ ਗਏ ਸੀ। ਲੇਕਿਨ ਉੱਥੇ ਜਾ ਕੇ ਉਸ ਦਿਨ ਹੀ ਸੱਦਾ ਆ ਗਿਆ। ਲੇਕਿਨ ਫੈਸਲਾ ਬਹੁਤ ਵਧੀਆ ਹੋਇਆ, ਕਿਉਂਕਿ ਇਹ ਇੱਕ ਬਹੁਤ ਵੱਡੀ ਗੱਲ ਆ ਵੀ ਚੜੂਨੀ ਸਾਹਿਬ ਦਾ ਚਿਹਰਾ ਬੜਾ ਜਿਹੜਾ ਸਟਰੋਂਗ ਆ, ਐਜੀਟੇਸ਼ਨ ਫੋਰਸ ਆ, ਉਹ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ ਇੱਕ ਬਹੁਤ ਹੀ ਧੱਕੜ ਇਨਸਾਨ ਆ, ਬਹੁਤ ਹੀ ਸੱਚਾ ਪੱਕਾ ਇਨਸਾਨ ਆ। ਤਾਂ ਉੱਥੇ ਫੈਸਲਾ ਹੋਇਆ ਵੀ ਜਿਹੜਾ ਸਾਥੀ ਦੀ ਮੌਤ ਹੋਈ ਉਹਦੇ ਪਰਿਵਾਰ ਨੂੰ 2 ਨੌਕਰੀਆਂ, ਇਹ ਪਹਿਲੀ ਵਾਰੀ ਹੋਇਆ ਹੋਏਗਾ, ਔਰ 25 ਲੱਖ ਰੁਪਇਆ, ਔਰ ਜਿਹਦੇ ਸੱਟਾਂ ਵੱਜੀਆਂ 2 ਲੱਖ ਰੁਪਇਆ। ਔਰ ਇਹ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੀਆਂ ਗੱਡੀਆਂ ਟੁੱਟੀਆਂ ਉਹਨਾਂ ਨੂੰ ਵੀ ਬਣਾ ਕੇ ਦੇਣਗੇ ਗੌਰਮੈਂਟ। ਇਹੋ ਜਿਹੇ ਫੈਸਲੇ, ਵਧੀਆ ਫੈਸਲੇ ਜਿਹੜੇ ਅੱਜ ਕਿਸਾਨ ਆਪਣੇ ਜ਼ੋਰ ਦੇ ਨਾਲ ਕਰਾ ਰਹੇ ਆ। ਅਤੇ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਪੂਰੇ ਪੰਜਾਬ ਵਿੱਚ ਘੁੰਮ ਰਹੇ ਆ, ਲੋਕਾਂ ਦੇ ਫੰਕਸ਼ਨ ਆ ਵੱਡੇ ਹੋ ਰਹੇ ਆ। ਜਿੱਥੇ ਕਾਲਾ ਬੱਕਰਾ ਪਿੰਡ ਵਾ ਕੋਈ, ਉੱਥੇ ਫੰਕਸ਼ਨ ਸੀ, ਉੱਥੇ ਉਹਨਾਂ ਨੂੰ ਬੁਲਾਇਆ ਸੀ, ਸਾਨੂੰ ਬੁਲਾਇਆ ਸੀ। ਅਤੇ ਫਿਰ ਅਸੀਂ ਉੱਥੇ ਨਾਲੇ ਹੀ ਸੱਚਖੰਡ ਬੱਲਾ ਡੇਰਾ ਆ, ਉੱਥੇ ਅਸੀਂ ਆਪਣੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਅਤੇ ਸਾਰੀ ਟੀਮ ਸਾਡੀ ਅਸੀਂ ਇੱਥੇ ਪੁੱਜੇ ਸੀ, ਅਤੇ ਅਸੀਂ ਉੱਥੇ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉੱਥੇ ਰਵਿਦਾਸੀਆ ਕੌਮ ਦਾ ਡੇਰਾ ਸੱਚਖੰਡ ਬੱਲਾ ਥੰਮ ਮੰਨਿਆ ਜਾਣ ਵਾਲਾ, ਪੂਰੀ ਦੁਨੀਆ ਦੇ ਵਿੱਚ ਰਵਿਦਾਸੀਆ ਕੌਮ ਹੈ, ਪਰ
ਉੱਥੇ ਕਿਸਾਨ ਆਗੂ ਵੀ ਗਏ, ਤੁਸੀਂ ਵੀ ਗਏ ਆ, ਕਿ ਸੰਤਾਂ ਮਹਾਂਪੁਰਸ਼ਾਂ ਨਾਲ ਕੀ ਵਿਚਾਰਾਂ ਹੋਈਆਂ ਤੁਹਾਡੀਆਂ ਉੱਥੇ, ਕਿਸ ਸੰਦਰਭ ਦੇ ਵਿੱਚ ਤੁਹਾਡੀ ਗੱਲ ਹੋਈ ਆ, ਕਿਹੜੀਆਂ ਵਿਚਾਰਾਂ ਜਿਹੜੀਆਂ ਮਹਾਂਪੁਰਸ਼ਾਂ ਨਾਲ ਹੋਈਆਂ? ਮਹਾਂਪੁਰਸ਼ਾਂ ਦਾ ਉੱਥੇ ਬਹੁਤ ਵਧੀਆ ਉਹਨਾਂ ਦਾ ਆਸ਼ੀਰਵਾਦ ਮਿਲਿਆ ਸਾਨੂੰ, ਕਿਉਂਕਿ ਉਹਨਾਂ ਨੇ ਦੱਸਿਆ ਵੀ ਜਦੋਂ ਤੋਂ ਇਹ ਸੰਘਰਸ਼ ਚੱਲ ਰਿਹਾ ਕਿਸਾਨ ਤੇ ਮਜ਼ਦੂਰ ਦਾ, ਉਦੋਂ ਤੋਂ ਹੀ ਅਸੀਂ ਨਾਲ ਆ। ਅਸੀਂ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਸੰਘਰਸ਼ ਹੈ ਹਮੇਸ਼ਾ ਜਿੱਤ ਪ੍ਰਾਪਤ ਹੋਵੇ। ਲੇਕਿਨ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ, ਜਿੱਥੇ ਕਿਤੇ ਧਰਨੇ ਮੁਜ਼ਾਹਰੇ ਹੁੰਦੇ ਆ, ਉੱਥੇ ਅਸੀਂ ਲੰਗਰ ਵੀ ਭੇਜਦੇ ਹਾਂ ਅਤੇ ਉੱਥੇ ਚਾਹ ਪਾਣੀ ਵੀ ਭੇਜਦੇ ਹਾਂ। ਜਿੱਥੇ ਕੋਈ ਹੋਰ ਵੀ ਸਾਨੂੰ ਕੋਈ ਹੁਕਮ ਲੱਗਦਾ ਅਸੀਂ ਇਹ ਸਾਰਾ ਕੁਝ ਕਰਦੇ ਹਾਂ। ਉਹਨਾਂ ਨੇ ਬਿਲਕੁਲ ਸਾਫ਼ ਸੁਥਰੀ ਗੱਲ 'ਚ ਕਿਹਾ ਵੀ ਸਾਡਾ ਜਿਹੜਾ ਰਵਿਦਾਸੀ ਆ ਕੌਮ ਅਤੇ ਇਹ ਜਿਹੜਾ ਡੇਰਾ ਆ ਬਿਲਕੁਲ ਕਿਸਾਨ ਤੇ ਮਜ਼ਦੂਰ ਦੇ ਨਾਲ ਖੜਾ ਆ, ਔਰ ਜਦੋਂ ਵੀ ਤੁਸੀਂ ਸਾਨੂੰ ਕਦੇ ਵੀ ਕੁਝ ਕਹੋਗੇ, ਕਦੋਂ ਵੀ ਯਾਦ ਕਰੋਗੇ, ਅਸੀਂ ਬਿਲਕੁਲ ਨਾਲ ਖੜਾਂਗੇ ਔਰ ਖੜਦੇ ਰਹੇ ਹਾਂ। ਔਰ ਪਰਮਾਤਮਾ ਅੱਗੇ, ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਹਾਂ ਵੀ ਸਾਡੀ ਜਿੱਤ ਪ੍ਰਾਪਤ ਹੋਵੇ। ਉਹਨਾਂ ਦਾ ਬਹੁਤ ਵਧੀਆ ਸਾਨੂੰ ਆਸ਼ੀਰਵਾਦ ਮਿਲਿਆ। ਰਵਿਦਾਸੀਆ ਕੌਮ ਦਾ ਬਹੁਤ ਵੱਡਾ ਯੋਗਦਾਨ ਜੋ ਕਿਸਾਨਾਂ ਦੇ ਨਾਲ ਵੀ ਡਟ ਕੇ ਖੜੀ ਹੋਈ ਆ, ਕਿ ਤੁਸੀਂ ਕੋਈ ਪਾਰਟੀ ਬਣਾ ਰਹੇ ਆ ਕਿਸਾਨ ਆਗੂਆਂ ਦੇ ਨਾਲ ਰਲ ਕੇ, ਕਿ ਜੋ ਇੱਕ ਸਮਾਜ ਨੂੰ ਸੇਧ ਦੇਣ ਵਾਲੀ ਹੋਵੇ, ਜਾਂ ਰਵਿਦਾਸੀਆ ਕੌਮ ਲਈ ਵੀ ਉਹ ਪਾਰਟੀ ਅੱਗੇ ਜਾ ਕੇ ਕਿਹੜੇ ਕਦਮ ਚੁੱਕੇਗੀ? ਦੇਖੋ ਗੱਲ ਇਹ ਆ ਵੀ ਪਾਰਟੀ ਜਿਹੜੀ ਆ, ਕਿਉਂਕਿ ਐਜੀਟੇਸ਼ਨਲ ਫੋਰਸ ਇਹ ਤਾਂ ਚੱਲ ਰਹੀ ਆ, ਸੰਘਰਸ਼ ਚੱਲ ਰਿਹਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਅਖਤਿਆਰ ਦਿੱਤੇ ਆ, ਕਿਉਂਕਿ ਤੁਸੀਂ ਦੇਖਿਆ ਹੋਣਾ ਜਦੋਂ ਬਾਰਡਰ ਦੇ ਉੱਤੇ ਕਿਸਾਨ ਤੇ ਮਜ਼ਦੂਰ ਬੈਠੇ ਸੀ ਤਾਂ ਬੜਾ ਰੌਲਾ ਪੈ ਰਿਹਾ ਸੀ ਵੀ ਹਾਈ ਕੋਰਟ ਤੋਂ, ਸੁਪਰੀਮ ਕੋਰਟ ਤੋਂ ਅਸੀਂ ਇਹ ਕਹਾ ਲੈਣਾ, ਅਸੀਂ ਉੱਥੇ ਕੇਸ ਪਾਉਣਾ ਆ, ਇਹਨਾਂ ਨੂੰ ਉਠਾ ਲਿਆ ਜਾਵੇ। ਲੇਕਿਨ ਉਦੋਂ ਬਿਲਕੁਲ ਇਹ ਕਹਿ ਦਿੱਤਾ ਗਿਆ ਸੀ ਵੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਬਣਾਇਆ, ਉਹਦੇ ਵਿੱਚ ਇਹਨਾਂ ਨੂੰ ਹੱਕ ਆ, ਇਹ ਸੰਘਰਸ਼ ਕਰ ਸਕਦੇ ਆ ਆਰਾਮ ਨਾਲ ਔਰ ਬੈਠ ਸਕਦੇ ਆ, ਕਾਲੀਆਂ ਝੰਡੀਆਂ ਦਿਖਾ ਸਕਦੇ ਆ, ਇਹਨਾਂ ਨੂੰ ਕੋਈ ਵੀ ਉਠਾਲ ਨਹੀਂ ਸਕਦਾ। ਲੇਕਿਨ ਉਹ 10 ਮਹੀਨੇ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਔਰ ਲਗਾਤਾਰ ਚਾਲੂ ਆ, ਚੱਲਦਾ ਹੀ ਰਹੇਗਾ। ਕਿਉਂਕਿ ਇਹ ਜਿਹੜਾ ਪਿੰਡਾਂ ਵਿੱਚ ਵਾ, ਕਿਉਂਕਿ ਗੁਰਨਾਮ ਸਿੰਘ ਚੜੂਨੀ ਜੀ ਕਹਿੰਦੇ ਆ ਚਲੋ ਚਲੋ ਭਾਈ ਦਿੱਲੀ ਚੱਲੀਏ, ਆਪਾਂ ਇੱਕ ਪਿੰਡ ਜਾਣਾ ਆ, ਪਹਿਲਾਂ ਉੱਥੋਂ ਗੱਡੀ ਤਿਆਰ ਕਰਨੀ ਆ, ਚਲੋ ਆਪਾਂ ਦਿੱਲੀ ਚੱਲੀਏ। ਕਿਉਂਕਿ ਦਿੱਲੀ ਦਾ ਸੰਘਰਸ਼ ਬਹੁਤ ਜ਼ਰੂਰੀ ਆ, ਉਹ ਰੁਕਣਾ ਨਹੀਂ ਚਾਹੀਦਾ। ਭਾਵੇਂ ਉਹ ਕਹਿੰਦੇ ਵੀ 4 ਸਾਲ 5 ਸਾਲ ਵੀ ਸੰਘਰਸ਼ ਚੱਲਦਾ ਰਹੇ, ਲੇਕਿਨ ਉੱਥੇ ਅਸੀਂ ਆਪਣੇ ਸਾਥੀ ਜਾਂਦੇ ਰਹਾਂਗੇ, ਭੇਜਦੇ ਰਹਾਂਗੇ, ਸੰਘਰਸ਼ ਜਾਰੀ ਰਹੇਗਾ। ਪਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇੱਕ ਹੋਰ ਕਿਹਾ ਸੀ ਵੀ ਜੇਕਰ ਰਾਜਾ ਜਿਹ ਤੋਂ ਆਪਾਂ ਆਸਾ ਕਰਦੇ ਹਾਂ, ਜਿਨ ਕਾਨੂੰਨ ਬਣਾਉਣੇ ਆ, ਜੇ ਸਾਡੇ ਲਈ ਵਧੀਆ ਕਾਨੂੰਨ ਚੁਣਨੇ ਆ, ਜੇ ਉਹ ਵਧੀਆ ਕਾਨੂੰਨ ਨਹੀਂ ਚੁਣਦਾ, ਅਸੀਂ ਸੰਘਰਸ਼ ਕਰਦੇ ਹਾਂ, ਤਾਂ ਉਹਨੂੰ ਦੇਖਣਾ ਚਾਹੀਦਾ ਵੀ ਭਾਈ ਇਹ ਜੇ ਉਹਨਾਂ ਵਧੀਆ ਕਾਨੂੰਨ ਬਣਾ ਕੇ ਸਾਨੂੰ ਦੇ ਦਿੱਤੇ, ਸਾਡੇ ਪਸੰਦ ਨਹੀਂ ਆਏ, ਫਿਰ ਵਾਪਸ ਲੈ ਲਵੇ, ਉਹ ਕਹਿ ਦੇਵੇ ਵੀ ਠੀਕ ਹੈ ਭਾਈ ਰਹਿਣ ਦਿਓ, ਵੀ ਜੇ ਤੁਹਾਨੂੰ ਇਹ ਕਾਨੂੰਨ ਨਹੀਂ ਚੰਗੇ ਲੱਗਦੇ ਤਾਂ ਮੈਂ ਵਾਪਸ ਲੈਂਦਾ, ਰੱਦ ਕਰ ਦਿਓ। ਪਰ ਇਹ ਹੋ ਨਹੀਂ ਰਿਹਾ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇੱਕ ਹੋਰ ਕਿਹਾ ਸੀ ਵੀ ਜੇਕਰ ਰਾਜਾ ਸਾਡੀ ਗੱਲ ਨਾ ਸੁਣੇ, ਰਾਜਾ ਬਾਬਰ ਬਣ ਜਾਵੇ, ਜ਼ੁਲਮ ਕਰਨ ਲੱਗ ਪਵੇ, ਤਾਂ ਮੈਂ ਤੁਹਾਨੂੰ ਇੱਕ ਇਹੋ ਜਿਹਾ ਐਟਮ ਬੰਬ ਦੇ ਚੱਲਿਆ। ਉਹ ਐਟਮ ਬੰਬ ਜਿਹੜਾ ਆ 5 ਸਾਲਾਂ ਬਾਅਦ ਤੁਸੀਂ ਚਲਾਓਗੇ, ਪਰ ਇਸ ਐਟਮ ਬੰਬ ਦੀ ਆਵਾਜ਼ ਨਹੀਂ ਆਣੀ। ਵੋਟ ਦਾ ਬਟਨ ਆ, ਉਹ ਕਹਿੰਦੇ ਬਾਬਾ ਸਾਹਿਬ ਨੇ ਕਿਹਾ ਵੀ ਮੈਂ ਤੁਹਾਨੂੰ ਉਹ ਇੱਕ ਇਹੋ ਜਿਹਾ ਹੱਕ ਦੇ ਚੱਲਿਆ, ਤੁਸੀਂ ਇੱਕ ਅੰਦਰ ਵੜ ਕੇ ਪਰਦੇ ਦੇ ਪਿੱਛੇ ਇਹ ਜਿਹੜਾ ਐਟਮ ਬੰਬ ਵੋਟ ਪਾਉਣੀ ਆ, ਤਾਂ ਫਿਰ ਜਿਹੜੇ ਰਾਜੇ ਬੜੇ ਜ਼ੁਲਮ ਕਰਦੇ ਆ, ਤੁਸੀਂ ਉਹਨਾਂ ਨੂੰ ਇਸ ਵੋਟ ਦੇ ਨਾਲ 5 ਸਾਲਾਂ ਬਾਅਦ ਜਦੋਂ ਤੁਸੀਂ ਪਾਓਗੇ, ਤਾਂ ਫਿਰ ਆਪਣਾ ਗਰੀਬਾਂ ਦੀ ਝੁੱਗੀ ਵਿੱਚੋਂ ਬੰਦੇ ਨੂੰ ਖੜੇ ਕਰਕੇ ਉਹ ਜਿਹੜਾ ਰਾਜਾ ਬੈਠਾ ਉਹਦੀ ਕੁਰਸੀ 'ਤੇ ਟਿਕਾਓਗੇ, ਤਾਂ ਉਹਨੂੰ ਕੰਨੋਂ ਫੜ ਕੇ ਥੱਲੇ ਲਾਓਗੇ। ਇਹ ਫਾਰਮੂਲਾ ਆ, ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਫਾਰਮੂਲਾ ਆ, ਉਹਨੇ ਸਾਨੂੰ ਦਿੱਤਾ ਆ ਵੀ ਸਾਨੂੰ 5 ਸਾਲਾਂ ਬਾਅਦ ਇਹ ਵੋਟਾਂ ਆਉਣੀਆਂ ਆ, ਅਤੇ ਅਸੀਂ ਆਪਣੇ ਹੀ ਉਮੀਦਵਾਰ ਨੂੰ ਪਾ ਕੇ ਉਹਨੂੰ ਜਿਤਾ ਕੇ ਉਹ ਜਦੋਂ ਤੁਸੀਂ ਕੁਰਸੀ 'ਤੇ ਬਿਠਾਓਗੇ, ਫਿਰ ਕਾਨੂੰਨਾਂ ਦੇ ਜਿਹੜੇ ਗਲਤ ਕਾਨੂੰਨ ਬਣਾਏ ਆ, ਫਿਰ ਉਹਨਾਂ ਦੇ ਸੰਘਰਸ਼ ਕਰਨ ਦੀ ਲੋੜ ਨਹੀਂ ਪੈਣੀ। ਜਿਹੜੇ ਫਿਰ ਸਾਡੇ 'ਤੇ ਜ਼ੁਲਮ ਹੁੰਦੇ ਆ ਉਹ ਆਪੇ ਹੀ ਹਟ ਜਾਣੇ ਆ। ਇਹ ਪੋਲੀਟੀਕਲ ਚਾਬੀ ਆ, ਇਹ ਪੋਲੀਟੀਕਲ ਚਾਬੀ ਜੇ ਤੁਸੀਂ ਆਪਣੇ ਹੱਥਾਂ 'ਚ ਲੈ ਲਓ ਤਾਂ ਫਿਰ ਸਾਰੇ ਦੁੱਖਾਂ ਤਕਲੀਫਾਂ ਦਾ ਹੱਲ ਇੱਥੇ ਹੀ ਆ। ਇਸ ਕਰਕੇ ਜਿਹੜਾ ਮਿਸ਼ਨ ਪੰਜਾਬ 2022 ਆ, ਔਰ ਇਹਦਾ ਮਤਲਬ ਇਹ ਆ ਵੀ ਭਾਈ ਵੀ ਕਿਆ ਸਾਨੂੰ ਪਾਰਟੀ ਕੋਈ ਕਿਸਾਨਾਂ ਤੇ ਮਜ਼ਦੂਰਾਂ ਦੀ ਬਣਾ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ, ਕਿਆ ਸਾਨੂੰ ਆਪਣੇ ਉਮੀਦਵਾਰ ਖੜੇ ਕਰਨੇ ਚਾਹੀਦੇ ਆ, ਤਾਂ ਫਿਰ ਲੋਕਾਂ ਦਾ ਮੈਂ ਦੇਖਿਆ ਵੀ ਕਹਿ ਸਕਦੇ ਹਾਂ ਵੀ ਅੱਜ ਤੱਕ 99% ਲੋਕਾਂ ਦਾ ਜਿਹੜਾ ਹੰਗਾਰਾ ਇਹ ਆ ਵੀ ਸਾਨੂੰ ਆਪਣੀ ਪਾਰਟੀ ਬਣਾ ਕੇ ਅੱਗੇ ਵਧਣਾ ਚਾਹੀਦਾ ਕਿਸਾਨਾਂ ਤੇ ਮਜ਼ਦੂਰਾਂ ਨੂੰ। ਇਸ ਕਰਕੇ ਉਸ
ਸਿਸਟਮ ਵੱਲ ਨੂੰ ਅੱਗੇ ਵਧ ਰਹੇ ਹਾਂ। ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਕਹਿ ਰਹੇ ਆ ਵੀ ਮੈਂ ਨਹੀਂ ਲੜਨਾ ਪੰਜਾਬ 'ਚ, ਪੰਜਾਬ ਦੇ ਲੋਕਾਂ ਨੇ ਲੜਨਾ ਆ। ਲੇਕਿਨ ਤੁਸੀਂ ਦੱਸੋ ਕਿਆ ਕਿਸਾਨ ਤੇ ਮਜ਼ਦੂਰਾਂ ਨੂੰ ਲੜਨਾ ਚਾਹੀਦਾ ਕਿ ਆਪਣੇ ਉਮੀਦਵਾਰ ਖੜੇ ਕਰਨੇ ਚਾਹੀਦੇ ਆ? ਤਾਂ ਲੋਕ ਅੱਜ ਜਿਹੜੇ ਆ ਬੜੇ ਤੇਜ਼ੀ ਨਾਲ ਅੱਗੇ ਵੱਧ ਰਹੇ ਆ, ਹਾਂ ਪੱਖੀ ਜਿਹੜਾ ਅਗਾਰਾ ਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਪਾਰਟੀ ਦਾ ਜਿਹੜਾ ਸਿਸਟਮ ਆ ਔਰ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਉਹ ਵਧੀਆ ਬਣਾ ਕੇ ਰੱਖਣਗੇ, ਕਿਉਂਕਿ ਲੋਕਾਂ ਦੀ ਮੰਗ ਮੁਤਾਬਕ ਹੀ ਇਹ ਜਿਹੜਾ ਜੋ ਕੁਛ ਬਣ ਰਿਹਾ ਸਿਸਟਮ। ਤੁਹਾਡੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਜੀ ਕਿ 2022 ਦੇ ਵਿੱਚ ਤੁਸੀਂ ਇਲੈਕਸ਼ਨ ਜ਼ਰੂਰ ਲੜੋਗੇ, ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਬਣਾਉਣ ਜਾ ਰਹੇ ਆ ਉਸ ਦਾ ਨਾਮ ਜਾਂ ਕੋਈ ਨਾਮਕਰਨ ਦਾ ਇਸ ਤਰ੍ਹਾਂ ਦਾ ਸੋਚਿਆ ਹੈ ਕਿ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆ ਪਾਰਟੀ ਉਹ ਬਣ ਕੇ ਇੱਕ ਉੱਭਰਦੀ ਹੋਈ ਇੱਕ ਚਿਹਰੇ ਜਿਹੜੀ ਪਾਰਟੀ ਆ ਉਹ ਆਊਗੀ ਅੱਗੇ? ਦੇਖੋ, ਪਾਰਟੀ ਤਾਂ ਲੱਗਦੀ ਜ਼ਰੂਰ ਆਏਗੀ, ਪਰ ਹਜੇ ਨਾਮ ਨਹੀਂ ਸੋਚਿਆ, ਕਿਉਂਕਿ ਨਾਮ ਤਾਂ ਹਜੇ ਕਿਉਂਕਿ ਲੋਕਾਂ ਦੀ ਆਵਾਜ਼ ਆ, ਕਿਉਂਕਿ ਇਹਦੇ 'ਚ ਹੈ ਲੋਕ ਆਵਾਜ਼। ਇਹ ਇੱਦਾਂ ਨਹੀਂ ਉੱਪਰੋਂ ਫੈਸਲਾ ਨਹੀਂ ਕੋਈ ਵੀ ਆਉਣਾ, ਕਿਉਂਕਿ ਨਹੀਂ ਤਾਂ ਪਾਰਟੀਆਂ ਦੇ ਫੈਸਲੇ ਉੱਪਰੋਂ ਆਉਂਦੇ ਆ, ਇਹ ਆਉਂਦੇ ਥੱਲਿਓਂ। ਕਿਉਂਕਿ ਬਹੁਤ ਵਧੀਆ ਗੱਲ ਹੈ, ਤੁਸੀਂ ਦੇਖਦੇ ਹੋਣੇ ਮਹਾਂ ਪੰਚਾਇਤਾਂ ਲੱਗ ਰਹੀਆਂ, ਉਹ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਆ, ਉੱਥੋਂ ਪੁੱਛਿਆ ਜਾ ਰਿਹਾ ਕਿ ਆਹ ਪਾਰਟੀ ਬਣਾਈਏ, ਕਿਆ ਸਾਨੂੰ ਲੜਨਾ ਚਾਹੀਦਾ ਇਕੱਠੇ ਹੋ ਕੇ? ਲੇਕਿਨ ਮੈਂ ਇੱਕ ਸਾਫ਼ ਸੁਥਰੀ ਗੱਲ ਕਰਨੀ ਚਾਹੁੰਦਾ ਵੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਦੀ ਨੀਂਹ ਰੱਖੀ ਸੀ। ਹਾਂਜੀ, ਬਹੁਜਨ ਸਮਾਜ ਵੀ ਸਾਰੇ ਇਕੱਠੇ ਹੋ ਜਾਓ ਭਾਈ, ਕਿਸਾਨ, ਮਜ਼ਦੂਰੋ, ਫੜੀ ਵਾਲਿਓ, ਗਰੀਬੋ, ਲਤਾੜੇ ਹੋਏ ਲੋਗੋ, ਈਸਾਈ ਹੈ, ਜਿੰਨੇ ਵੀ ਘੱਟ ਗਿਣਤੀ ਲੋਕ ਆ ਇਕੱਠੇ ਹੋ ਜਾਓ ਬਈ। ਇਕੱਠੇ ਹੋ ਕੇ ਆਪਾਂ ਜਦੋਂ 85% ਅਸੀਂ ਆ ਤਾਂ ਰਾਜ ਸਾਡਾ ਆਉਣਾ ਚਾਹੀਦਾ, ਪਰ ਅਸੀਂ ਉਹ ਜਿਹੜਾ ਪੰਜਾਬ ਵਿੱਚ ਸੁਪਨਾ ਪੂਰਾ ਨਹੀਂ ਕਰ ਸਕੇ। ਲੇਕਿਨ ਅੱਜ ਤਾਂ ਤੁਸੀਂ ਦੇਖੇ ਹੁਣ ਵੀ ਬਹੁਜਨ ਸਮਾਜ ਪਾਰਟੀ ਜਿਹੜੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਸੀ ਅੱਜ ਬਾਦਲ ਬਣ ਗਈ ਆ, ਅਤੇ ਅੱਜ ਜਿਹੜੇ ਸਮਝੌਤਾ ਹੋਇਆ ਉਹ ਸਮਝੌਤਾ ਨਹੀਂ ਕਹਿ ਸਕਦੇ, ਆਮ ਪ੍ਰੈਸ ਵਾਲੇ ਹੀ ਪੁੱਛਦੇ ਆ ਵੀ ਸੌਦਾ ਹੋਇਆ। ਲੇਕਿਨ ਹੁਣ ਉਹ ਜੇ ਅਸੀਂ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਦੁਆਬੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਦਾ ਮਤਲਬ ਇੱਕ ਬੋਲਬਾਲਾ ਆ, ਬੋਲਬਾਲਾ ਨਹੀਂ ਕਹਿ ਸਕਦੇ, ਹਰ ਸੀਟ ਤੋਂ 20,000 ਤੋਂ ਵੱਧ ਵੋਟ ਪੈਂਦੀ ਆ, ਅਤੇ ਫਲੌਰ ਵਰਗੇ ਤਾਂ 42 ਵੋਟ ਹਜ਼ਾਰ ਪੈਂਦੀ ਉੱਥੇ। ਲੇਕਿਨ ਜਦੋਂ ਸਮਝੌਤਾ ਹੋਇਆ ਆ ਦੋ ਸੀਟਾਂ ਲੈ ਲਈਆਂ ਆਪਣੇ ਲਈ, ਉਹ ਵੀ ਜਿਹੜੇ ਆਪਣੇ ਚਹੇਤੇ ਸੀ, ਅਤੇ ਸਾਡੇ ਪ੍ਰਧਾਨ ਜੀ ਨੇ ਤਾਂ ਆਪ ਹੀ ਫਗਵਾੜਾ ਲੈ ਕੇ ਬਹਿ ਗਿਆ। ਕਦੇ ਦੇਖਿਆ ਇੱਦਾਂ ਵੀ ਤੂੰ ਤਾਂ ਖੁਦ VIP ਆ, ਤੂੰ ਪ੍ਰਧਾਨ ਆ, ਤੂੰ ਤਾਂ ਇਲੈਕਸ਼ਨ ਲੜਾਉਣੀ ਆ, ਤੂੰ ਲੋਕਾਂ ਦੇ ਹੱਕਾਂ 'ਤੇ ਕਿਉਂ ਬਹਿਣਾ ਬਈ? ਉੱਥੇ ਦੇ ਲੋਕਾਂ ਨੂੰ ਹੱਕ ਮਿਲਣਾ ਚਾਹੀਦਾ ਸੀ ਫਗਵਾੜੇ ਦਿਆਂ ਨੂੰ, ਪਰ ਉਹ ਕਹਿੰਦੇ ਬਈ ਨਹੀਂ, ਟਿਕਟ ਮੈਂ ਲੈਣੀ ਆ। ਪਹਿਲੇ ਦਿਨ ਤੋਂ ਰੌਲਾ ਪਾ ਲਿਆ। ਡਿਪਟੀ CM ਦੇਖੋ ਵੀ ਅਜੀਬ ਕਹਾਣੀ ਆ, ਆਪਾਂ ਲੜੇ ਨਹੀਂ, ਅਸੀਂ ਜਿੱਤੇ ਨਹੀਂ, ਅਤੇ ਡਿਪਟੀ CM ਪਹਿਲੇ ਬਣ ਗਏ, ਅਤੇ ਡਿਪਟੀ CM ਬਣ ਕੇ ਅਸੀਂ ਲੋਕਾਂ ਨੂੰ ਕੱਢਣ ਲੱਗ ਪਿਆ ਵੀ ਇਹ ਨਾ ਕਿਤੇ ਅੱਗੇ ਆ ਜਾ, ਉਹ ਨਾ ਅੱਗੇ ਆ ਜਾ। ਮਤਲਬ ਅੱਜ ਜਦੋਂ ਵੀ ਕਿਤੇ ਗੱਲ ਹੁੰਦੀ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇੱਦਾਂ ਨਹੀਂ, ਇੱਦਾਂ ਕਰ ਲਓ, ਉਹ ਕਹਿੰਦੇ ਨਹੀਂ, ਇਹ ਤਾਂ ਬਾਦਲ ਸਾਹਿਬ ਨਾਲ ਗੱਲ ਕਰਨੀ ਪੈਣੀ ਹੈ। ਇਹਦਾ ਮਤਲਬ ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਨਹੀਂ, ਉਹ ਤਾਂ ਬਾਦਲਾਂ ਦੀ ਬਣ ਗਈ। ਲੇਕਿਨ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਿਹੜਾ ਅਸਲ ਮਿਸ਼ਨ ਆ ਉਹ ਜਿਹੜਾ ਹੈਗਾ ਆ ਬਈ ਕਿਸਾਨ ਤੇ ਮਜ਼ਦੂਰੋ ਇਕੱਠੇ ਹੋ ਜਾਓ, ਕਿਉਂਕਿ ਸਾਡਾ ਜਿਹੜਾ 9 ਮਾਸ ਦਾ ਰਿਸ਼ਤਾ ਆ, ਇਕੱਠੇ ਹੋਣ ਦਾ ਰਿਸ਼ਤਾ ਆ। ਅਸੀਂ 24 ਘੰਟੇ ਖੇਤਾਂ 'ਚ ਇਕੱਠੇ ਰਹਿੰਦੇ ਆ, ਅਸੀਂ ਕੋਈ ਵੀ ਕੰਮ ਕਰਨਾ ਇਕੱਠੇ ਕਰਦੇ ਆ। ਲੇਕਿਨ ਅਸੀਂ ਅੱਜ ਵੱਖ-ਵੱਖ ਆ। ਕਿਉਂ ਵੱਖ-ਵੱਖ ਆ? ਲੇਕਿਨ ਇੱਕ ਆਹ ਜਿਹੜੀ ਐਜੀਟੇਸ਼ਨ ਹੋ ਚੱਲੀ ਆ ਨਾ, ਇਸ ਐਜੀਟੇਸ਼ਨ ਦਾ ਬਹੁਤ ਵਧੀਆ ਇਹ ਸਾਨੂੰ ਹੁੰਗਾਰਾ ਵੀ ਮਿਲਿਆ, ਬਹੁਤ ਵਧੀਆ ਗੱਲ ਵੀ ਆ ਵੀ ਅਸੀਂ ਇਕੱਠੇ ਹੋਏ ਆ। ਅਸੀਂ ਹਰ ਪਿੰਡ ਵਿੱਚ ਜਦੋਂ ਟਰਾਲੀਆਂ ਭਰ ਕੇ ਜਾਂਦੇ ਆ, ਕਿਸਾਨਾਂ ਦੇ ਮੁੰਡੇ ਜਾਂਦੇ ਆ, ਦਲਿਤਾਂ ਦੇ ਮੁੰਡੇ ਜਾਂਦੇ ਆ, ਬੈਕਵਰਡ ਦੇ ਸਾਰੇ ਇਕੱਠੇ ਹੋ ਕੇ ਇੱਥੇ ਜਾ ਰਹੇ ਆ, ਔਰ ਇਕੱਠੇ ਹੋ ਕੇ ਗੱਲਬਾਤ ਕਰਦੇ ਆ। ਅੱਜ ਪਿੰਡਾਂ 'ਚ ਅਨਾਊਂਸਮੈਂਟ ਹੁੰਦੀ ਆ, ਸਾਰੇ ਇਕੱਠੇ ਹੋ ਜਾਂਦੇ ਆ। ਇਹਦਾ ਮਤਲਬ ਇਹ ਐਜੀਟੇਸ਼ਨ ਦਾ ਜਿਹੜਾ ਹੰਗਾਰਾ ਹੈ ਬਹੁਜਨ ਵੱਲ ਨੂੰ ਚੱਲਿਆ ਆ। ਇਹ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਮੈਨੂੰ ਲੱਗਦਾ ਅੱਜ ਮਿਸ਼ਨ ਜਿਹੜਾ ਆ ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਆ। ਪਾਰਟੀ ਦਾ ਨਾਂ ਜਿਹੜਾ ਆ ਹਜੇ ਕੋਈ ਨਹੀਂ ਚੁਣਿਆ, ਉਹ ਤਾਂ ਹਾਈ ਕਮਾਂਡ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਦੀ ਆਪਣੀ ਮਰਜ਼ੀ ਆ। ਅਤੇ ਲੇਕਿਨ ਮੈਨੂੰ ਲੱਗਦਾ ਆ ਵੀ ਲੋਕਾਂ ਦੀ ਇੱਛਾ ਮੁਤਾਬਕ ਜਿਹੜੀ ਆ ਪਾਰਟੀ ਬਣੇਗੀ, ਕਿਉਂਕਿ ਲੋਕ ਜਿਹੜੇ ਆ ਅੱਜ ਕਿਸਾਨ ਅਤੇ ਮਜ਼ਦੂਰ ਚਾਹੁਣ ਲੱਗ ਪਏ ਆ ਵੀ ਇਹਨਾਂ ਪਾਰਟੀਆਂ ਨੂੰ, ਜਿਹੜੀਆਂ ਰਵਾਇਤੀ ਪਾਰਟੀ ਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ, ਅਸੀਂ ਆਪਣੀ ਹੀ ਪਾਰਟੀ ਨੂੰ ਵੋਟਾਂ ਪਾਵਾਂਗੇ। ਸਾਹਿਬ ਕਾਂਸ਼ੀ ਰਾਮ ਜੋ ਬਸਪਾ ਦੇ ਬਾਨੀ ਸਨ, ਉਹਨਾਂ ਨੂੰ ਕਾਫੀ ਮੌਕੇ ਮਿਲਦੇ ਸੀ ਕਿ ਪੂਰੇ ਇੰਡੀਆ ਲੈਵਲ 'ਤੇ ਸਮਝੌਤੇ ਕਰਨ ਲਈ ਉਹਨਾਂ ਨੂੰ ਸੱਦਿਆ ਜਾਂਦਾ ਹੈ, ਪਰ ਅੱਜ ਕੀ ਲੋੜ ਪੈ ਗਈ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਅਕਾਲੀ ਦਲ ਦੇ ਨਾਲ ਜਿਹੜਾ ਆ ਗਠਬੰਧਨ ਕੀਤਾ? ਬਿਲਕੁਲ ਠੀਕ ਗੱਲ ਹੈ ਵੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਕਹਿੰਦੇ ਸੀ ਵੀ ਮੈਂ ਆਪਣੇ ਸਮਾਜ ਨੂੰ ਉਹ ਕੁਰਸੀ 'ਤੇ ਬੈਠੇ ਹੋਏ ਦੇਖਣਾ ਚਾਹੁੰਦਾ ਹਾਂ,
ਉਹ ਕਹਿੰਦੇ ਜੇ ਕਿਤੇ ਮੈਨੂੰ ਸਮਝੌਤਾ ਵੀ ਕਰਨਾ ਪਵੇ, ਹਾਂਜੀ ਘੱਟੋ ਘੱਟ ਮੈਂ ਆਪਣੇ ਸਮਾਜ ਨੂੰ ਰਾਜਾ ਬਣਾ ਲਵਾਂ, ਉਹ ਸਮਝੌਤਾ ਕਰਨਾ ਆ। ਲੇਕਿਨ ਅੱਜ ਜਿਹੜਾ ਸਮਝੌਤਾ ਇੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਹੋਇਆ, ਬਹੁਜਨ ਸਮਾਜ ਪਾਰਟੀ ਦਾ, ਇਹਦਾ ਇੱਕ ਹਾਸੋਹਾਣੀ ਵੀ ਗੱਲ ਆ। 117 ਸੀਟਾਂ ਨੈਸ਼ਨਲ ਪਾਰਟੀ ਬਹੁਜਨ ਸਮਾਜ ਪਾਰਟੀ ਔਰ ਸਟੇਟ ਦੀ ਪਾਰਟੀ ਅਕਾਲੀ ਦਲ, ਲੇਕਿਨ ਸਮਝੌਤਾ ਕੀ ਆ? 20 ਸੀਟਾਂ ਨੈਸ਼ਨਲ ਪਾਰਟੀ ਨੂੰ ਤੇ 97 ਸੀਟਾਂ ਜਿਹੜੀ ਇਹ ਸਟੇਟ ਦੀ ਪਾਰਟੀ ਹੈ। ਹਾਂਜੀ ਦੇਖੋ ਇੱਕ ਹਾਸੋਹਾਣੀ ਗੱਲ ਆ ਔਰ ਕਿੰਨੇ ਦੁੱਖ ਵਾਲੀ ਗੱਲ ਆ ਵੀ ਐਡੀ ਵੱਡੀ ਸਾਡੀ ਪਾਰਟੀ, ਕਿੰਨੇ ਲੋਕ 85% ਲੋਕਾਂ ਦਾ ਇੱਕ ਇਕੱਠ, ਤੇ ਉਹ ਸਿਰਫ 20 ਸੀਟਾਂ ਪੰਜਾਬ 'ਚ। ਚਲੋ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਪਤਾ ਨਹੀਂ ਸਥਿਤੀ ਇੰਨੀ ਮਾੜੀ ਹੋ ਗਈ, ਪਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਇਹ ਕਹਿੰਦੇ ਸੀ ਵੀ ਇੱਦਾਂ ਨਹੀਂ, ਵੀ ਮੇਰੇ ਹੱਥ ਪਾਵਰ ਆਉਣੀ ਚਾਹੀਦੀ ਆ। ਹੁਣ ਪਾਵਰ ਕੇ 20 ਸੀਟਾਂ ਨਾਲ, ਹੁਣ ਜੇ 20 ਸੀਟਾਂ ਦੀ ਗੱਲ ਕਰੀਏ, ਮੈਂ ਪਹਿਲੇ ਦੱਸ ਕੇ ਹਟਿਆ ਵੀ ਦੁਆਬੇ ਦੀਆਂ ਸੀਟਾਂ ਤਾਂ ਸਾਰੀਆਂ ਦੇ ਦਿੱਤੀਆਂ ਉਹਨਾਂ ਨੂੰ ਅਕਾਲੀ ਦਲ ਨੂੰ, ਜਿੱਥੋਂ ਅਸੀਂ ਜਿੱਤਣੀਆਂ ਸੀਆਂ, ਤਾਂ ਜਿੱਥੋਂ 20,000 23,000 24,000 ਵੋਟ 25,000 ਵੋਟ ਉਹ ਤਾਂ ਸਾਰੀ ਅਕਾਲੀ ਦਲ ਨੂੰ। ਲੇਕਿਨ ਜਿੱਥੇ 500 ਵੋਟ 700 ਵੋਟ 1100 ਵੋਟ ਉਹ BSP ਨੂੰ। ਅੱਛਾ ਇਹ ਵੀ ਛੱਡੋ, ਫਿਰ ਜਿੱਥੇ ਜਿਹੜੀਆਂ ਸੀਟਾਂ 'ਚ ਚਲੋ ਜਦ 20 ਸੀਟਾਂ ਮਿਲ ਗਈਆਂ, ਤੁਸੀਂ 20 ਸੀਟਾਂ 'ਚ ਘੱਟੋ ਘੱਟ ਆਪਣੇ ਜਿਹੜੇ ਤੁਹਾਡੇ ਕੋਲ ਨੁਮਾਇੰਦੇ ਆ, ਤੁਹਾਡੇ ਕੋਲ ਆਪਣੇ ਸਾਥੀ ਆ ਜਿਨ੍ਹਾਂ ਨੇ ਸਾਰੀ ਉਮਰਾਂ ਲਾਤੀਆਂ, ਉਹਨਾਂ ਨੂੰ ਟਿਕਟਾਂ ਦੇ ਦਿਓ ਭਾਈ। ਉਹ ਵੀ ਰੌਲਾ ਪੈ ਰਿਹਾ, ਪਤਾ ਨਹੀਂ ਕਾਹਦਾ ਵੀ ਆ, ਹੁਣ ਤਾਂ ਪੈਸਿਆਂ ਦਾ ਰੌਲਾ, ਕਾਹਦਾ ਰੌਲਾ, ਉਹਦੇ ਬਾਰੇ ਤਾਂ ਚਲੋ ਉਹ ਜਾਣਨ। ਲੇਕਿਨ ਉੱਥੋਂ ਵੀ ਅਸੀਂ ਬਾਹਰੋਂ ਲਿਆ ਕੇ, ਭਾਜਪਾ 'ਚੋਂ ਲਿਆ ਕੇ, ਅਕਾਲੀਆਂ 'ਚੋਂ ਲਿਆ ਕੇ ਬੰਦੇ ਖੜੇ ਕਰੀ ਜਾਂਦੇ ਆ, ਅਤੇ ਆਪਣੇ ਲੋਕਾਂ ਨੂੰ ਕੀ ਮਿਲੂਗਾ? ਆਪਣੇ ਲੋਕਾਂ ਨੂੰ ਕੱਖ ਨਹੀਂ ਮਿਲਦਾ। ਅਤੇ ਸਾਡਿਆਂ ਨੂੰ ਕਹਿੰਦੇ ਆ ਵੀ ਭਾਈ ਤੂੰ ਨਹੀਂ ਲੜ ਸਕਦਾ, ਇੱਥੇ ਕਰੋੜਾਂ ਰੁਪਏ ਲਾਉਣਾ ਆ, 2 ਕਰੋੜ ਤੂੰ ਲਾ ਸਕਦਾ? ਉਹ ਬਾਈ 2 ਕਰੋੜ ਨਹੀਂ, ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਕਹਿੰਦੇ ਸੀ ਮੈਨੂੰ 1 ਨੋਟ ਤੇ 1 ਵੋਟ ਦਿਓ, 1 ਨੋਟ ਤੇ 1 ਵੋਟ ਤਾਂ ਮੈਂ ਜਿੱਤ ਸਕਦਾ ਹਾਂ। ਤਾਂ ਉਹਨੇ ਜਿੱਤ ਕੇ ਦਿਖਾਏ ਆ, ਉਹਨੇ ਯੂਪੀ ਸਰਕਾਰਾਂ ਬਣਾਈਆਂ, ਉਹਨੇ ਬਹੁਤ ਕੁਝ ਕੀਤਾ। ਇੱਥੇ ਵੀ ਆਪਾਂ 9 MLA ਸਾਡੇ ਜਿੱਤੇ ਸੀ, ਲੇਕਿਨ ਇਹ ਸਾਰਾ ਜਿਹੜਾ ਫਾਰਮੂਲਾ ਚੇਂਜ ਕਰਤਾ ਫੜ ਕੇ ਇਹਨਾਂ ਨੇ ਅੱਜ ਬਾਦਲਾਂ ਨਾਲ ਸਮਝੌਤਾ ਕਰ ਲਿਆ, ਲੇਕਿਨ ਸੀਟਾਂ ਲਈਆਂ 20, ਉਹਨਾਂ ਨੂੰ ਦਿੱਤੀਆਂ 97। ਇਹ ਗੱਲ ਬਣਦੀ ਨਹੀਂ। ਅੱਛਾ ਨੰਬਰ 2 ਤੇ ਉਹ ਸੀਟਾਂ ਲੈ ਲਈਆਂ ਜਿੱਥੇ ਅਸੀਂ 500 700 1000 ਵੋਟ ਲੈਂਦੇ ਹਾਂ, ਕਿਉਂਕਿ ਸਾਰਾ ਕੁਝ ਸਿਸਟਮ ਜਿਹੜਾ ਵਿਗੜ ਚੁੱਕਾ ਆ। ਇਹ ਜਿਹੜਾ ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਮਿਸ਼ਨ ਆ, ਕਿਉਂਕਿ ਉਹਨਾਂ ਨੇ ਤਾਂ ਬਹੁਤ ਕੁਛ ਕੀਤਾ। ਉਹਨਾਂ ਨੇ ਉਹਦਾ ਪੂਨੇ ਵਿੱਚ ਇੱਕ ਸਾਇੰਸਦਾਨ ਸੀ, ਸਾਇੰਸਦਾਨ ਤੋਂ ਉਹਨਾਂ ਨੇ ਨੌਕਰੀ ਛੱਡੀ। ਉਹਨਾਂ ਨੇ ਆਪਣੀ ਮਾਂ ਨੂੰ ਵੀ ਲੈਟਰ ਲਿਖ ਦਿੱਤਾ ਸੀ, ਹੇ ਮਾਂ ਜਿਸ ਕਾਂਸ਼ੀ ਰਾਮ ਦੇ ਮੱਥੇ ਤੇ ਤੂੰ ਸਿਹਰਾ ਬੰਨਣਾ ਲੋਚਦੀ ਸੀ, ਅੱਜ ਉਹੀ ਕਾਂਸ਼ੀ ਰਾਮ ਉਸੇ ਮੱਥੇ ਤੇ ਕੱਫਣ ਬੰਨ੍ਹ ਕੇ ਤੁਰ ਪਿਆ। ਅੱਜ ਤੋਂ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ, ਮੈਨੂੰ ਕਦੇ ਵੀ ਲੱਭਣ ਦੀ ਕੋਸ਼ਿਸ਼ ਨਾ ਕਰੀ। ਕਿਉਂ? ਕਿਉਂਕਿ ਮੈਂ ਸਮਝ ਲਈ ਮੈਂ ਤੇਰੇ ਲਈ ਸ਼ਹੀਦ ਹੋ ਗਿਆ। ਮੈਂ ਲੋਕਾਂ 'ਚ ਜਾਊਂਗਾ, ਲੋਕਾਂ ਨੂੰ ਤਿਆਰ ਕਰਾਂਗਾ, ਅਤੇ ਮੇਰੀਆਂ ਸਾਰੀਆਂ ਹੀ ਮਾਵਾਂ ਆ, ਤੂੰ ਵੀ ਮੇਰੀ ਇੱਕ ਮਾਂ ਆ। ਪਰ ਨਾਲ ਇੱਕ ਹੋਰ ਕਿਹਾ ਸੀ, ਮੈਨੂੰ ਪਤਾ ਆ ਵੀ ਮੇਰੇ ਘਰ ਵਿੱਚ ਤੇਰੇ ਘਰ 'ਚ ਥੰਮੀਆਂ ਦਿੱਤੀਆਂ ਆ, ਇਹ ਕਦੋਂ ਵੀ ਡਿੱਗ ਸਕਦੀ ਆ। ਇਹ ਥੰਮੀਆਂ ਨਾਲ ਛੱਤ ਜਦੋਂ ਮਰਜ਼ੀ ਕਿਤੇ ਖਿਸ ਗਈ ਤੇ ਥੰਮੀ ਤੇ ਡਿੱਗ ਸਕਦੀ ਆ ਛੱਤ, ਲੇਕਿਨ ਜਦੋਂ ਮੇਰੀਆਂ ਸਾਰੀਆਂ ਮਾਵਾਂ ਦੇ ਮਕਾਨ ਬਣ ਜਾਣਗੇ। ਕਿਹੜੀਆਂ ਮਾਵਾਂ? ਕਿਉਂਕਿ ਉਹ ਵੀ ਦੇਖਣਾ, ਸੜਕ 'ਤੇ ਰੋੜੀ ਕੁੱਟ ਰਹੀਆਂ ਉਹਨੂੰ ਦੇਖੋ, ਉਹਨਾਂ ਦੇ ਸਿਰ 'ਤੇ ਕਿਹੜੀ ਛੱਤ ਆ। ਜਦੋਂ ਉਹਨਾਂ ਦੀ ਸਿਰ ਦੇ ਉੱਤੇ ਛੱਤ ਬਣ ਜਾਓ, ਤੂੰ ਵੀ ਮੇਰੀ ਇੱਕ ਮਾਂ ਆ, ਤੇਰੇ ਵੀ ਮਕਾਨ ਬਣ ਜਾਣਗੇ, ਘਬਰਾਈ ਨਾ। ਕਿਉਂਕਿ ਅੱਜ ਉਸ ਰਹਿਬਰ ਨੇ ਜਿਹਨ ਸਾਈਕਲ 'ਤੇ ਹਜ਼ਾਰਾਂ ਕਿਲੋਮੀਟਰ ਵਾਟ ਕੱਢੀ, ਜਿਨ੍ਹਾਂ ਨੇ ਪੈਦਲ ਹਜ਼ਾਰਾਂ ਕਿਲੋਮੀਟਰ ਵਾਟ ਕੱਢੀ, ਉਹਨਾਂ ਨੇ ਘਰ ਘਰ ਜਾ ਕੇ ਹੋਕਾ ਦਿੱਤਾ ਵੀ ਆਓ ਬਾਈ ਬਹੁਜਨ ਸਮਾਜ ਬਣਾਉਣਾ ਹੈ, ਆਓ ਬਾਈ ਜਿੰਨੇ ਲੁੱਟੇ ਹੋਏ ਲੋਕ, ਜਿੰਨੇ ਗਰੀਬ ਲਤਾੜੇ ਹੋਏ ਲੋਕ, ਆਓ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਇਸ ਦੇਸ਼ 'ਤੇ ਰਾਜ ਕਰੀਏ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਮਿਸ਼ਨ ਪੂਰਾ ਕਰੀਏ। ਅੱਜ ਉਹ ਮਿਸ਼ਨ ਕਿੱਥੇ ਚਲ ਗਿਆ? ਅੱਜ ਤਾਂ ਮਿਸ਼ਨ ਹੀ ਖਤਮ ਕਰਤਾ ਫੜ ਕੇ। ਅੱਜ ਤਾਂ ਇਹ ਕਹਿ ਸਕਦੇ ਹਾਂ ਵੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਮਿਸ਼ਨ ਇਹਨਾਂ ਲੋਕਾਂ ਨੇ ਤਬਾਹ ਕਰ ਦਿੱਤਾ। ਉਹਨਾਂ ਨੇ ਤਾਂ ਬਹੁਜਨ ਦਾ ਕਿਆ ਬਣਾਉਣਾ ਸੀ, ਅੱਜ ਆਪੇ ਉਹਨਾਂ ਨਾਲ ਤੁਰ ਪਏ ਆ ਇਕੱਠੇ ਹੋ ਕੇ, ਲਓ ਵੀ ਤੁਹਾਨੂੰ ਜਿਤਾਉਣੇ ਆ। ਇਸ ਕਰਕੇ ਬਹੁਤ ਮਾੜੀ ਗੱਲ ਆ, ਕਿਉਂਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਿਹੜਾ ਸਮਝੌਤੇ ਦਾ ਫੈਸਲਾ ਹੁੰਦਾ ਸੀ, ਉਹ ਜੇਤੂ ਹੁੰਦਾ ਸੀ, ਉਹ ਮੁੱਖ ਮੰਤਰੀ ਬਣਦਾ ਹੁੰਦਾ ਸੀ। ਉਹ ਕਹਿੰਦਾ ਆਓ ਬਈ ਜਿਹਨੇ ਵੀ ਮੇਰੇ ਨਾਲ ਸਮਝੌਤਾ ਕਰਨਾ, ਮੁੱਖ ਮੰਤਰੀ ਮੇਰਾ ਬਣਾ ਦਿਓ, ਕੋਈ ਗੱਲ ਨਹੀਂ, ਕਰ ਲਓ ਸਮਝੌਤਾ। ਇੱਥੇ ਤਾਂ ਕਹਿੰਦੇ ਆ 117 ਵਿੱਚੋਂ 97 ਤੁਸੀਂ ਲੈ ਲਓ ਤਾਂ 20 ਸਾਨੂੰ ਦੇ ਦਿਓ। ਉਹ ਕਹਿੰਦੇ ਉਹ ਕਿਹੜੀਆਂ?
ਜਿਹੜੀਆਂ ਹਰਨ ਵਾਲੀਆਂ ਇੱਥੇ ਤਾਂ ਉਹ ਲੈਂਦੇ ਆ। ਇਸ ਕਰਕੇ ਸਮਝ ਨਹੀਂ ਆ ਰਹੀ ਮਿਸ਼ਨ ਕੇ ਨੂੰ ਜਾ ਰਿਹਾ, ਕਿਉਂਕਿ ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਮਿਸ਼ਨ ਇਹਨਾਂ ਨੇ ਰੋੜ ਕੇ ਰੱਖਤਾ। ਲੇਕਿਨ ਅਸੀਂ ਇਹ ਮੈਂ ਵਾਅਦਾ ਕਰਦਾ, ਕਿਉਂਕਿ ਉਹ ਜਿਹੜਾ ਮਿਸ਼ਨ ਸੀ ਇਕੱਠੇ ਕਰਨ ਦਾ, ਵੀ ਕਿਸਾਨ ਤੇ ਮਜ਼ਦੂਰੋ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਆਪਣੀਆਂ ਕੰਧਾਂ 'ਤੇ ਲਿਖ ਲਓ, ਤੁਸੀਂ ਆਉਣ ਵਾਲੇ ਸਮੇਂ ਦੇ ਹੁਕਮਰਾਨ ਬਣਨਾ ਆ। ਔਰ ਕਿਸਾਨ ਤੇ ਮਜ਼ਦੂਰ ਨੂੰ ਇਕੱਠੇ ਹੋਣ ਦਾ ਹੋਕਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਿੰਦੇ ਸੀ। ਤੇ ਅੱਜ ਸਰਦਾਰ ਗੁਰਨਾਮ ਸਿੰਘ ਚੜੂੰਨੀ ਜੀ ਨੇ ਵੀ ਉਹੀ ਹੋਕਾ ਦਿੱਤਾ ਵੀ ਆ ਜਾਓ ਭਾਈ, ਅੱਜ ਸਾਰੇ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਭੋਜਨ ਬਣਾ ਲਈਏ, ਫਿਰ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ। ਕਿਉਂਕਿ ਉਹੀ ਹੋਕਾ ਦਿੰਦੇ ਅਸੀਂ ਨਜ਼ਰ ਆ ਰਹੇ ਹਾਂ, ਉਹੀ ਹੋਕਾ ਅਸੀਂ ਦੇ ਰਹੇ ਹਾਂ ਸਾਹਿਬ ਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ। ਹਾਂਜੀ, ਕਿਸਾਨ ਜਥੇਬੰਦੀਆਂ ਮਜ਼ਦੂਰ ਦੀਆਂ ਗੱਲਾਂ ਤਾਂ ਕਰਦੇ ਪਏ ਸਟੇਜਾਂ ਦੇ ਉੱਤੋਂ, ਪਰ ਜਦੋਂ ਮਜ਼ਦੂਰ ਦੇ ਹੱਕ ਦੀ ਗੱਲ ਹੁੰਦੀ ਹੈ, ਬਹੁਤ ਘੱਟ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂ ਲਾ ਲਓ, ਉਹ ਮਜ਼ਦੂਰ ਦੇ ਹੱਕ ਦੇ ਵਿੱਚ ਨਹੀਂ ਨਿੱਤਰਦੇ ਜਾਂ ਹੱਕ ਦੇ ਵਿੱਚ ਆਉਂਦੇ ਨਹੀਂ। ਇਸ ਦਾ ਕੀ ਕਾਰਨ ਹੋ ਸਕਦਾ? ਦੇਖੋ, ਸਿਸਟਮ ਬਣਿਆ ਪਹਿਲੇ ਦਿਨ ਤੋਂ, ਉਹ ਸਿਸਟਮ ਵਿੱਚ ਲੱਗੇ ਹੋਏ ਲੋਕ ਆ। ਕਿਉਂਕਿ ਪੰਜਾਬ ਵਿੱਚ ਇਹ ਸਾਨੂੰ ਮਨੂਵਾਦੀ ਸਿਸਟਮ ਨੇ ਲਤਾੜਿਆ, ਸਾਨੂੰ ਇਹੀ ਆਪਸ ਵਿੱਚ ਪਾੜਾ ਪਾਇਆ ਬਈ ਭਾਈ ਤੁਸੀਂ ਇਹ ਲੋਕ ਤੁਹਾਨੂੰ ਨਹੀਂ ਚੰਗਾ ਗਿਣਦੇ, ਇਹ ਤੁਸੀਂ ਆ ਤੁਸੀਂ ਉਹ ਆ, ਤੁਹਾਡੇ ਕੋਲ ਜ਼ਮੀਨਾਂ ਆ, ਇਹ ਲੋਕ ਤੁਹਾਡੇ ਮਜ਼ਦੂਰ ਆ, ਇਹਨਾਂ ਨੂੰ ਪਰੇ ਰੱਖੋ। ਇਹੀ ਸਿਸਟਮ ਜਿਹੜਾ ਆ ਇਹ ਲਾਗੂ ਸਾਡੇ 'ਤੇ ਮਨੂਵਾਦੀ ਸਿਸਟਮ ਨੇ ਇਹ ਸਾਨੂੰ ਵਖਰੇਵਾਂ ਕੀਤਾ ਆ। ਲੇਕਿਨ ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਿਆ ਵੀ ਇਹ ਚੰਗੀ ਗੱਲ ਆ ਮੋਦੀ ਦੀ, ਵੀ ਮੋਦੀ ਨੇ ਸਾਡੇ ਕਾਲੇ 3 ਕਾਨੂੰਨ ਬਣਾਏ। ਔਰ ਇਹਦੇ ਨਾਲ ਸਾਡਾ ਇੱਕ ਹੋਰ ਕਾਨੂੰਨ ਜਿਹੜਾ ਮਜ਼ਦੂਰਾਂ ਦਾ ਵੀ ਆ, ਵੀ ਜਿਹੜੀ ਸਾਡੀ ਦਿਹਾੜੀ 8 ਘੰਟੇ ਦੀ ਸੀ ਉਹ 12 ਘੰਟੇ ਸਾਨੂੰ ਲਾਉਣੀ ਪੈਣੀ ਆ। ਉਹ ਹੁਣ ਇਹਨਾਂ ਨੇ ਇਹ ਵੀ ਇੱਕ ਕਾਨੂੰਨ ਨਾਲੇ ਪਾਸ ਕੀਤਾ ਆ, ਇਹਦਾ ਵੀ ਅਸੀਂ ਵਿਰੋਧ ਕਰਦੇ ਹਾਂ। ਲੇਕਿਨ ਸਾਰਾ ਕੁਝ ਵਿਰੋਧ ਅਸੀਂ ਕਰਦੇ ਹਾਂ, ਪਰ ਅੱਜ ਜੋ ਮੋਦੀ ਨੇ ਅੱਜ 9-10 ਮਹੀਨੇ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਿਠਾਇਆ, ਤਾਂ ਅੱਜ ਸਾਰੀ ਗੱਲ ਇਹ ਸਪਸ਼ਟ ਹੋ ਗਈ ਆ ਵੀ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਇਹ ਐਜੀਟੇਸ਼ਨਾਂ, ਇਹ ਜਿਹੜੇ ਸਾਡੇ ਦੁੱਖੜੇ ਆ, ਇਹ ਦੂਰ ਨਹੀਂ ਹੋਣੇ। ਇਸ ਕਰਕੇ ਅੱਜ ਬਹੁਤ ਮੈਂ ਕਹਿ ਸਕਦਾ ਉਹ ਤਬਦੀਲੀ ਆਈ ਆ। ਅੱਜ ਤਬਦੀਲੀ ਆਈ ਆ, ਸਾਰਿਆਂ ਨੂੰ ਪਤਾ ਲੱਗਾ ਵੀ ਭਾਈ ਆਹ ਸਾਡਾ ਭਾਈਚਾਰਾ ਆ, ਇਹਨਾਂ ਤੋਂ ਬਿਨਾਂ ਅਸੀਂ ਚੱਲੇ ਨਹੀਂ ਸਕਦੇ। ਹੁਣ ਉਹ ਇਸ ਗੱਲ ਨੂੰ ਕਿਸਾਨ ਮੰਨਦੇ ਆ, ਕਿਉਂਕਿ ਮੈਂ ਦੇਖਿਆ ਕਈ ਵਾਰੀ ਉੱਥੋਂ ਦਿੱਲੀੋਂ ਆਵਾਜ਼ ਆਉਂਦੀ ਹੁੰਦੀ ਆ, ਦਿੱਲੀ ਤੋਂ ਕਹਿੰਦੇ ਹੁੰਦੇ ਆ ਵੀ ਆਓ ਭਾਈ, ਮਜ਼ਦੂਰਾਂ ਤੋਂ ਬਿਨਾਂ ਅਸੀਂ ਜਿੱਤ ਨਹੀਂ ਸਕਦੇ, ਤੁਸੀਂ ਵੀ ਆਓ। ਲੇਕਿਨ ਪਿੱਛੇ ਆਵਾਜ਼ ਆਈ ਸੀ, ਸਾਰੇ ਆਪਾਂ ਲੋਕ ਇਕੱਠੇ ਹੋ ਕੇ ਗਏ ਸੀ ਵੀ ਅਸੀਂ ਨਾਲ ਆ ਤੁਹਾਡੇ। ਅੱਜ ਜਿਹੜਾ ਕਿਸਾਨ ਤੇ ਮਜ਼ਦੂਰ ਜਿਹੜਾ ਮੈਨੂੰ ਲੱਗਦਾ ਅੱਜ ਬਿਲਕੁਲ ਉਹਨੂੰ ਸਮਝ ਆ ਚੁੱਕੀ ਆ ਵੀ ਅਸੀਂ ਭਾਈ ਆ, ਸਾਨੂੰ ਇਕੱਠੇ ਹੋਣਾ ਚਾਹੀਦਾ ਔਰ ਸਾਨੂੰ ਆਪਸੀ ਨਹੀਂ ਲੜਨਾ ਚਾਹੀਦਾ। ਔਰ ਜਿਹੜੇ ਲੀਡਰ ਕੋਈ ਵੀ ਇਹੋ ਜਿਹੇ ਮਨਾਂ 'ਚ ਧਾਰ ਕੇ ਬੈਠੇ ਆ, ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਭਾਈ ਆਪਾਂ ਤਾਂ ਇਕੱਠੇ ਆ, ਆਪਾਂ ਤਾਂ ਇੱਕ ਪਰਿਵਾਰ ਆ। ਜੇ ਇਹਨਾਂ ਲੋਕਾਂ ਦੀ ਇੱਕ ਪਾਲਿਸੀ ਆ ਵੀ ਸਾਨੂੰ ਵੰਡ ਕੇ ਰੱਖੋ, ਸਾਨੂੰ ਪਾੜ ਕੇ ਰੱਖੋ, ਸਾਨੂੰ ਆਪਸ ਵਿੱਚ ਇਕੱਠੇ ਨਾ ਹੋਣ ਦਿਓ, ਤਦੇ ਸਾਨੂੰ 6000 ਤੋਂ ਵੱਧ ਜਾਤਾਂ ਸਾਨੂੰ ਵੰਡਿਆ ਇਹਨਾਂ ਲੋਕਾਂ ਨੇ ਪਹਿਲੇ ਹੀ। ਲੇਕਿਨ ਉਹ ਜਿਹੜਾ ਪਾਲਿਸੀ ਆ, ਉਸ ਪਾਲਿਸੀ ਨੂੰ ਆਓ ਆਪਾਂ ਖਤਮ ਕਰੀਏ, ਖਤਮ ਕਰਕੇ ਅੱਜ ਅਸੀਂ ਬਹੁਜਨ ਸਮਾਜ ਬਣਾ ਲਈਏ। ਅੱਜ ਅਸੀਂ ਕਿਸਾਨ ਤੇ ਮਜ਼ਦੂਰ ਤੇ ਵਪਾਰੀ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ। ਆਵਾਜ਼ ਬੁਲੰਦ ਜਿਹੜੀ ਇਹੀ ਆ ਵੀ ਆਓ ਅਸੀਂ ਕਿਸਾਨ ਤੇ ਮਜ਼ਦੂਰੋਂ ਇਕੱਠੇ ਹੋ ਕੇ ਆਪਾਂ ਇਸ ਦੇਸ਼ ਦਾ ਰਾਜ ਤਾਂ ਸਾਂਭੀਏ, ਤਾਂ ਹੀ ਸਾਡੇ ਦੁੱਖ ਨਿੱਦਰ ਦੂਰ ਹੋਣੇ ਆ। ਕਿ ਪਿੱਛੇ ਜੇ ਜਿਸ ਤਰ੍ਹਾਂ ਦੀਆਂ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਕਾਫੀ ਜਿਹੜਾ ਕਿਸਾਨ ਮਜ਼ਦੂਰ ਦਾ ਇੱਕ ਆਪਸੀ ਭਾਈਚਾਰਾ ਸਾਂਝ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿ ਜਿਹੜਾ ਪਿਛਲੇ ਦਿਨੀ ਝੋਨੇ ਦੀ ਲਵਾਈ ਨੂੰ ਲੈ ਕੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਲੌਸਮੈਂਟਾਂ ਹੁੰਦੀਆਂ, ਕਿ ਉਸ 'ਤੇ ਤੁਸੀਂ ਕਿਸਾਨ ਆਗੂਆਂ ਦੇ ਨਾਲ ਜਾਂ ਜਿਹੜੇ ਕਿਸਾਨ ਆਗੂ ਆ ਇਹ ਜਿਹੜੀਆਂ ਲੌਸਮੈਂਟਾਂ ਕਰਦੇ ਆ, ਕਿ ਜਾਂ ਤਾਂ ਤੁਸੀਂ ਤੁਹਾਡਾ ਤਾਲਮੇਲ ਜਿਹੜਾ ਆ ਕਿਸਾਨ ਆਗੂਆਂ ਨਾਲ ਨੈਸ਼ਨਲ ਲੈਵਲ 'ਤੇ ਵੱਡੇ ਲੈਵਲ 'ਤੇ ਜਿਹੜਾ ਉਹ ਹੋਇਆ ਆ, ਕਿ ਤੁਸੀਂ ਉਹਨਾਂ ਦੇ ਨਾਲ ਇਹ ਮਜ਼ਦੂਰਾਂ ਦੀ ਜਿਹੜੀ ਗੱਲ ਵਾ ਵੀ ਉਹਨਾਂ ਦੇ ਪੱਖ ਦੀ ਗੱਲ ਉਹਨਾਂ ਦੇ ਨਾਲ ਕਰਦੇ ਆ ਤੁਸੀਂ? ਕੱਲ੍ਹ ਪਿਛਲੇ ਦਿਨ ਜਦੋਂ ਅਸੀਂ ਗਏ ਹਾਂ ਆਪਣੇ ਸੱਚਖੰਡ ਬੱਲਾ 'ਚ, ਉੱਥੇ ਸੈਕਟਰੀ ਸਾਹਿਬ ਨੇ ਵੀ ਗੱਲ ਕੁਐਸਚਨ ਕੀਤਾ ਸੀ। ਉਹਦਾ ਜਵਾਬ ਜਿਹੜਾ ਸਰਦਾਰ ਗੁਰਨਾਮ ਸਿੰਘ ਚੜੂੰਨੀ ਜੀ ਨੇ ਦਿੱਤਾ ਸੀ ਵੀ ਮੰਦਭਾਗੀਆਂ ਘਟਨਾਵਾਂ ਆ, ਕਿਉਂਕਿ ਅਸੀਂ ਤਾਂ ਸਿਰਫ ਆਪਣੀ ਮਜ਼ਦੂਰੀ ਤਾਂ ਅਸੀਂ ਕਹਿੰਦੇ ਹੀ ਹਾਂ ਵੀ ਮਜ਼ਦੂਰੀ ਵੀ ਵੱਧ ਹੋਣੀ ਚਾਹੀਦੀ ਆ, ਗੰਨੇ ਦਾ ਭਾਅ ਵੀ ਵੱਧ ਹੋਣਾ ਚਾਹੀਦਾ, ਅਤੇ ਸਾਰਾ ਕੁਛ ਜਦੋਂ ਅਸੀਂ ਫਸਲ ਦਾ ਭਾਅ ਵਧਾਉਣਾ ਹੈ ਤਾਂ ਜਿਹੜਾ ਮਜ਼ਦੂਰ ਦਾ ਮਤਲਬ ਮਜ਼ਦੂਰੀ ਉਹ ਵੀ ਵਧਣੀ ਆ। ਜੇ ਕਿਸਾਨ ਰੁਲਦਾ ਤਾਂ ਮਜ਼ਦੂਰ ਪਹਿਲਾਂ ਰੁਲਦਾ, ਕਿਉਂਕਿ ਕਿਸਾਨ ਦੇ ਨਾਲ ਜਿਹੜਾ ਮਜ਼ਦੂਰ ਜੁੜਿਆ ਆ। ਲੇਕਿਨ ਜਿੱਥੇ ਪਿੰਡਾਂ ਵਿੱਚ ਇਹੋ ਜਿਹਾ ਕਿਸਾਨ ਰਲ ਕੇ ਕੋਈ ਫੈਸਲਾ ਲੈਂਦੇ ਆ ਵੀ ਮਜ਼ਦੂਰਾਂ ਦੇ ਖਿਲਾਫ
ਵੀ ਭਾਈ ਇਹਨਾਂ ਤੋਂ ਕੰਮ ਨਹੀਂ ਕਰਾਉਣਾ, ਇਹ ਵੱਧ ਰੇਟ ਮੰਗਦੇ ਆ। ਇੱਥੇ ਤਾਂ ਛੋਟੀ ਜਿਹੀ ਵੱਧ ਰੇਟ ਕਿੰਨੇ ਕੁ ਮੰਗਦੇ ਹੋਣਗੇ, 100 200 ਦੀ ਗੱਲ ਆ। ਲੇਕਿਨ ਅੱਜ ਸਾਡੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ, ਸਾਡੇ ਘਰ ਮਤਲਬ ਵੇਚੇ ਜਾ ਰਹੇ ਆ। ਅੱਜ ਅਡਾਨੀਆਂ ਵਾਨੀਆਂ ਨੂੰ ਸਾਡਾ ਸਾਰਾ ਕੁਝ ਇਹਨਾਂ ਨੇ ਸੌਂਪ ਦਿੱਤਾ, ਤਾਂ ਉਹ ਕਿੱਥੋਂ ਪੂਰਾ ਕਰਾਂਗੇ। ਇਸ ਕਰਕੇ ਇਹ ਮਾਨਯੋਗ ਚੜੂਨੀ ਜੀ ਨੇ ਗੱਲ ਕਲੀਅਰ ਕਰਤੀ ਸੀ ਵੀ ਇਹ ਮੰਦਭਾਗੀਆਂ ਘਟਨਾਵਾਂ ਆ, ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਨਾ ਕਰਨ ਦੇਵਾਂਗੇ। ਅਸੀਂ ਅਪੀਲ ਵੀ ਕਰਾਂਗੇ ਲੋਕਾਂ ਨੂੰ, ਭਾਈ ਨਹੀਂ ਸਾਨੂੰ ਇਹ ਛੋਟੀਆਂ ਗੱਲਾਂ ਤੇ ਨਹੀਂ ਲੜਨਾ ਚਾਹੀਦਾ, ਭਰਾ ਭਰਾ ਆ, ਤੇ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ। ਜਿੱਥੇ ਲੋੜ ਸਾਨੂੰ ਆ ਵੀ ਸਾਨੂੰ ਬਈ ਸਾਡੇ ਰੇਟ ਵਧਣੇ ਚਾਹੀਦੇ ਆ, ਵਧਾਓ। ਜਿੱਥੇ ਕਿਤੇ ਇਹਨਾਂ ਦੀ ਮਜ਼ਦੂਰੀ ਆ ਉਹ ਵੀ ਵਧਣੀ ਚਾਹੀਦੀ ਆ। ਇਹ ਸਾਰਾ ਕੁਝ ਬਰਾਬਰ ਚੱਲਦਾ ਆ, ਤਦੇ ਗੱਲ ਘਰ ਚੱਲਣਗੇ, ਨਹੀਂ ਤਾਂ ਘਰ ਕਿੱਦਾਂ ਚੱਲੂਗੇ। ਇੱਕ ਦਾ ਘਰ ਚੱਲ ਜਾਊਗਾ, ਦੂਜਾ ਭੁੱਖਾ ਮਰੂਗਾ। ਇਸ ਕਰਕੇ ਰਲ ਕੇ ਰਹਿਣ ਲਈ ਹੀ ਕਿਸਾਨ ਤੇ ਮਜ਼ਦੂਰ ਦਾ ਨਾਅਰਾ ਲੱਗਾ, ਕਿਸਾਨ ਮਜ਼ਦੂਰ ਜਿੰਦਾਬਾਦ। ਤਦੇ ਕਿਸਾਨ ਮਜ਼ਦੂਰ ਜਿੰਦਾਬਾਦ ਆ ਜੇ ਰਲ ਕੇ ਰਹਿਣਗੇ, ਰਲ ਕੇ ਰੋਟੀ ਖਾਣਗੇ। ਜਾਂ ਇੱਕ ਰੋਟੀ ਖਾ ਲਊਗਾ, ਦੂਜਾ ਭੁੱਖਾ ਰਹੂਗਾ, ਉਹਦਾ ਕਾਹਦਾ ਨਾਅਰਾ ਵੇ। ਇਸ ਕਰਕੇ ਅੱਜ ਜਿਹੜਾ ਵਧੀਆ ਸਿਸਟਮ ਦੇ ਨਾਲ ਅੱਜ ਜਿਹੜਾ ਸਾਨੂੰ ਨੇਤਾ ਮਿਲਿਆ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ, ਜਿਨ੍ਹਾਂ ਨੇ ਮਿਸ਼ਨ ਪੰਜਾਬ 2022 ਚਲਾਇਆ, ਤਾਂ ਉਹਨਾਂ ਦਾ ਇਹ ਮੰਨਣਾ ਆ ਵੀ ਇਹ ਜਿਹੜਾ ਕਿਸਾਨ ਤੇ ਮਜ਼ਦੂਰ ਆ ਇਹ 9 ਮਾਸ ਦਾ ਰਿਸ਼ਤਾ ਆ, ਇਹ ਵੱਖ ਨਹੀਂ ਹੋਣਾ ਚਾਹੀਦਾ, ਨਾ ਹੋਏਗਾ। ਇਸੇ ਕਰਕੇ ਜੇ ਅਸੀਂ ਪੰਜਾਬ ਵਿੱਚ ਇਹਨਾਂ ਨੂੰ ਇਕੱਠੇ ਕਰਕੇ ਇੱਕ ਇਹਨਾਂ ਦੀ ਸਾਂਝੀ ਸਰਕਾਰ ਬਣਾ ਦਈਏ ਤਾਂ ਇਹ ਆਪਣੇ ਹੱਲ ਆਪੇ ਹੀ ਕਰਨਗੇ। ਫਿਰ ਇਹਨਾਂ ਨੂੰ ਲੜਨਾ ਨਹੀਂ ਪਏਗਾ, ਫਿਰ ਇਹਨਾਂ ਨੂੰ ਸੜਕਾਂ 'ਤੇ ਬਹਿਣਾ ਨਹੀਂ ਪਏਗਾ। ਫਿਰ ਕਾਲੇ ਕਾਨੂੰਨ ਜਿਹੜੇ ਆਪੇ ਹੀ ਰੱਦ ਕਰ ਦਿਆਂਗੇ। ਫਿਰ ਜਿਹੜੀਆਂ ਮਜ਼ਦੂਰੀਆਂ ਜਾਂ ਸਾਡੇ ਦੇ ਇਹਨਾਂ ਨੇ 8 ਤੋਂ 12 ਘੰਟੇ ਦੇ ਇਹਨਾਂ ਨੇ ਕਾਨੂੰਨ ਬਣਾਤੇ ਆ ਵੀ ਦਿਹਾੜੀ ਹੈ 12 ਘੰਟੇ ਦੀ, ਤਾਂ ਉਹ ਆਪੇ ਰੱਦ ਕਰਾ ਲਵਾਂਗੇ। ਕਿਉਂਕਿ ਜਦੋਂ ਜਿਹੜਾ ਰਾਜਾ ਹੁੰਦਾ ਨਾ ਉਹ ਆਪੇ ਕਾਨੂੰਨ ਬਣਾਉਂਦਾ। ਇਹ ਤੁਸੀਂ ਕਾਫੀ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਤੋਂ ਕੰਮ ਕਰਦੇ ਆ ਰਹੇ ਸੀ, ਤੁਸੀਂ ਪ੍ਰਧਾਨ ਵੀ ਰਹੇ ਆ। ਜਦੋਂ ਤੋਂ ਤੁਹਾਨੂੰ ਬਹੁਜਨ ਸਮਾਜ ਪਾਰਟੀ ਤੋਂ ਬਰਖਾਸਤ ਕੀਤਾ ਗਿਆ, ਉਸ ਤੋਂ ਬਾਅਦ ਕਿਸੇ ਲੀਡਰਾਂ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕਾਰਨ ਕੀ ਰਿਹਾ ਕਿ ਤੁਸੀਂ ਬਹੁਜਨ ਸਮਾਜ ਪਾਰਟੀ ਜੋ ਤੁਹਾਨੂੰ ਬਰਖਾਸਤ ਕੀਤਾ ਗਿਆ? ਦੇਖੋ, ਮੈਂ ਪਹਿਲੇ ਕੁਝ ਮਾੜਾ ਮੋਟਾ ਹਿੰਟ ਦੇ ਕੇ ਹਟਿਆ ਵੀ ਸਾਡਾ ਜਿਹੜਾ ਪ੍ਰਧਾਨ ਆ ਉਹਨੂੰ ਇੱਦਾਂ ਲੱਗਣ ਲੱਗ ਪਿਆ ਸੀ ਵੀ ਮੈਂ ਹੁਣ ਉਪ ਮੁੱਖ ਮੰਤਰੀ ਬਣਨਾ, ਕਿਉਂਕਿ ਮੇਰੇ ਸਾਹਮਣੇ ਕੋਈ ਵੀ ਤਕੜਾ ਚਿਹਰਾ ਨਾ ਨਜ਼ਰ ਆ ਜਾਏ। ਤੇ ਜੇ ਕਿਤੇ ਇਹ MLA ਬਣ ਗਏ ਤਾਂ ਕਿਤੇ ਭੈਣ ਜੀ ਕਹਿ ਨਾ ਦੇਵੇ ਵੀ ਭਾਈ ਤੂੰ ਨਹੀਂ, ਤੂੰ ਤਾਂ ਪ੍ਰਧਾਨ ਆ, ਇਹ ਬਣ ਜਾਊਗਾ। ਲੇਕਿਨ ਭਾਈ ਅਸੀਂ ਤਾਂ ਪਹਿਲੇ ਕਹਿਤਾ ਸੀ, ਗੜਸ਼ੰਕਰ ਦੀ ਸੀਟ ਜਦੋਂ ਇਹਨਾਂ ਨੇ ਪਹਿਲਾਂ ਸਾਨੂੰ, ਮੈਂ ਇੱਥੇ ਇੰਚਾਰਜ ਲਾਇਆ, ਮੈਨੂੰ ਤਾਂ ਕਹਿੰਦੇ ਇਲੈਕਸ਼ਨ ਨੂੰ ਲੜਨੀ ਆ। ਲੇਕਿਨ ਸਮਝੌਤੇ ਵਿੱਚ ਵੀ ਪਹਿਲਾਂ ਰੌਲਾ ਪੈ ਗਿਆ ਵੀ ਸਾਨੂੰ ਬਸਪਾ ਨੂੰ ਆ ਰਹੀ ਆ, ਤਾਂ ਫਿਰ ਇਹ ਵੀ ਪਤਾ ਲੱਗ ਗਿਆ ਵੀ ਇਹ ਮੰਗੇ ਨਹੀਂ ਰਹੇ ਗੜਸ਼ੰਕਰ ਦੀ ਸੀਟ। ਇੱਥੋਂ ਕਲੀਅਰ ਹੋ ਗਿਆ ਸੀ ਵੀ ਇਹ ਸੀਟ ਨਹੀਂ ਮਿਲਣੀ। ਲੇਕਿਨ ਭਾਈ ਸਾਡਾ ਤਾਂ ਜਿਹੜਾ ਇਹ ਮਾਮਲਾ ਸੀ ਇਹਦੇ ਨਾਲ ਕੱਖ ਨਹੀਂ ਹੈ। ਅਸੀਂ ਕਹਿੰਦੇ ਸੀ ਵੀ ਕੋਈ ਨਹੀਂ, ਸਾਨੂੰ ਇਲੈਕਸ਼ਨ ਨਾ ਲੜਾਓ ਤਾਂ ਕੀ ਆ, ਲੇਕਿਨ ਬਾਕੀ ਲੋਕਾਂ ਨੂੰ ਤਾਂ ਲੜਾ ਦਿਓ, ਲੇਕਿਨ ਦੁਆਬਾ ਤਾਂ ਲੈ ਲਓ, ਜਿੱਥੋਂ ਅਸੀਂ ਜਿੱਤਣਾ ਹੈ ਉਹ ਤਾਂ ਲੈ ਲਓ। ਕਿਉਂਕਿ ਜੇ ਜਿੱਤਾਂਗੇ ਤਦੇ ਸਰਕਾਰਾਂ ਬਣਨਗੀਆਂ, ਜਦੋਂ ਆਪਾਂ ਜਿੱਤਣਾ ਹੀ ਨਹੀਂ ਸਰਕਾਰ ਕਿੱਦਾਂ ਬਣੂਗੀ। ਉਪ ਮੁੱਖ ਮੰਤਰੀ ਤੁਸੀਂ ਕਿੱਦਾਂ ਬਣਨਾ, ਜਿੱਤ ਕੇ ਬਣੋਗੇ। ਇਸ ਕਰਕੇ ਇਹਨਾਂ ਨੂੰ ਇੱਕ ਲਾਲਸਾ ਵਧੀ ਆ ਉਹ ਉਪ ਮੁੱਖ ਮੰਤਰੀ ਦੀ, ਤੇ ਉਹਦੇ ਨਾਲ ਇਹਨੇ ਕਿਹਾ ਵੀ ਜਿਹੜਾ ਕੋਈ ਚੰਗਾ ਚਿਹਰਾ ਉਹਨੂੰ ਕੱਢ ਦਿਓ। ਲੇਕਿਨ ਬਹਾਨਾ ਕੀ ਲਾਇਆ ਇਹਨਾਂ ਨੇ, ਉਹ ਜਦੋਂ ਮੈਨੂੰ ਕੱਢਿਆ ਉਹ ਤੋਂ 2 ਦਿਨ ਪਹਿਲਾਂ ਇੱਕ ਮੇਰੀ ਮੈਸੇਜ ਇੱਥੇ ਮਿਊਨਿਸਪਲ ਕਮੇਟੀ ਦੇ ਕੌਂਸਲਰ ਆ ਤੇ ਉਹ ਉਪ ਪ੍ਰਧਾਨ ਵੀ ਆ ਸ਼ਹਿਰ ਦੇ, ਤਾਂ ਉਹਨਾਂ ਨੇ ਇੱਕ ਨਾ ਕੋਈ ਆਇਆ ਗ੍ਰਾਂਟ ਆਈ ਸੀ, ਉਹ ਉਹਨਾਂ ਨੂੰ ਮੈਸੇਜ ਆਇਆ ਵੀ ਭਾਈ ਗ੍ਰਾਂਟ ਆਈ ਆ, ਉਹਦੀ ਵੰਡ ਕਰਨੀ ਆ ਵੀ ਤੁਸੀਂ ਆਓ। ਉਹਦੇ ਵਿੱਚ ਕਿਉਂਕਿ ਸਾਡਾ ਸਮਝੌਤਾ ਆ ਆਮ ਆਦਮੀ ਪਾਰਟੀ ਦਾ, BSP ਤੇ ਕਾਂਗਰਸ, ਤਦੇ ਅਸੀਂ ਮਤਲਬ ਬਣੇ ਸੀ ਰਲ ਕੇ ਇਹ ਆਪਣੀ ਸਰਕਾਰ ਬਣਾਈ ਸੀ, ਕਹਿ ਸਕਦੇ ਇੱਥੇ ਸ਼ਹਿਰ ਵਿੱਚ। ਮੇਰੇ ਮਿਸੇਜ ਉਪ ਪ੍ਰਧਾਨ ਬਣੀ ਸੀ, ਤੇ ਉਹ ਉਹਨਾਂ ਨੇ ਮੈਸੇਜ ਇਹਨਾਂ ਨੂੰ ਜਦੋਂ ਭੇਜਿਆ, ਇਹ ਸਾਡੇ ਮੈਸੇਜ ਇੱਥੇ ਨਹੀਂ ਸੀ ਕਿਉਂਕਿ ਸਾਡੇ ਕੋਈ ਮੌਤ ਹੋਈ ਸੀ, ਉੱਥੇ ਗਿਆ ਸੀ। ਇਹਨੇ ਮੈਨੂੰ ਕਹਿ ਦਿੱਤਾ ਵੀ ਤੁਸੀਂ ਜੂਦ ਜਾਇਓ ਅੱਜ, ਵੀ ਤੁਸੀਂ ਲਾਜ਼ਮੀ ਜਾਇਓ, ਵੰਡ ਪਾਉਣੀ ਆ, ਕਿਉਂਕਿ ਇਹ ਨਾ ਹੋਵੇ ਕਿਤੇ ਸਾਡਾ ਵਾਰਡ ਛੱਡ ਹੀ ਦੇਣ ਇਹ। ਤਾਂ ਉਹ ਮੈਨੂੰ ਉਸੇ ਸੰਦਰਭ ਦੇ ਵਿੱਚ ਮੈਂ ਚਲੇ ਗਿਆ, ਜਾ ਕੇ ਉੱਥੇ ਸਾਰੇ ਨੇਤਾ ਬੈਠੇ ਆ, ਉੱਥੇ ਮੈਂ ਵੀ ਬੈਠਾ ਤੇ ਮੇਰੇ MC ਸਾਰੇ ਪਾਰਟੀਆਂ ਦੇ ਬੈਠੇ ਆ। ਲੇਕਿਨ ਉਹ ਆਇਆ ਇੱਕ ਸਾਬਕਾ MLA ਕਾਂਗਰਸ ਦਾ, ਉਹਨੇ ਹੀ ਆਉਣਾ ਸੀ ਕਿਉਂਕਿ ਗਰਾਂਟਾਂ ਤਾਂ ਉਹਨੇ ਦੇਣੀਆਂ। ਉਹ ਆ ਕੇ ਆਪਣਾ ਪ੍ਰੈਸ ਵਾਲਾ ਨਾਲੇ ਲਿਆਇਆ, ਗਰਾਂਟ ਆਪਣੇ ਪੜ੍ਹ ਕੇ ਬੋਲ ਦਿੱਤੀ, ਨਾਲੇ ਫੋਟੋ ਤੜਕ ਕੀਤੀ, ਚਲੋ ਇਹ ਬਾਹਰ ਚਲ ਗਿਆ। ਉਹ ਫੋਟੋ ਜਿਹੜੀ ਉਹ ਸਾਡੀ ਆ ਗਈ, ਅਖਬਾਰ 'ਚ ਵੀ ਆ ਗਈ ਵੀ ਕੱਲ੍ਹ ਗਰਾਂਟਾਂ ਵੰਡਦਿਆਂ ਦੀ
ਇੱਥੇ ਗੜਸ਼ੰਕਰ ਤੇ ਇੰਨੀ ਗ੍ਰਾਂਟ ਆਈ ਆ, ਇਹ ਵੰਡੀ ਗਈ ਆ। ਲੇਕਿਨ ਜਦੋਂ ਇਹਨਾਂ ਨੂੰ ਉਹ ਫੋਟੋ ਮਿਲੀ ਨਾ, ਇਹਨਾਂ ਦੇ ਮਨ ਪਾਪ ਸੀ। ਇਹਨਾਂ ਨੇ ਉਹ ਜਿਹੜੇ ਅਸੀਂ ਤਿੰਨ ਉੱਪਰ ਇਕੱਠੇ ਬੈਠੇ ਸੀ, ਤਿੰਨ, ਕਿਉਂਕਿ ਉਹ ਪਿਛਲੀ ਬਾਕੀ ਸਾਰੀ ਕੱਟ ਮਾਰੀਆਂ, ਅਤੇ ਜਿੱਥੇ ਅਸੀਂ ਤਿੰਨ ਬੈਠੇ ਸੀ ਉਹਦੀ ਕਟਿੰਗ ਕਰਕੇ ਉਹ ਲੋਕਾਂ 'ਚ ਫੈਲਾਉਣੀ ਸ਼ੁਰੂ ਕਰਤੀ ਵੀ ਰਿਸ਼ਪਾਲ ਰਾਜੂ ਜਲਦੀ ਕਾਂਗਰਸ ਵਿੱਚ ਜਾ ਰਹੇ ਆ। ਆਹ ਦੇਖੋ ਫੋਟੋ, ਕਾਂਗਰਸ ਜਾ ਰਹੇ ਆ। ਰਾਤ ਉਹਨੇ 2-3 ਘੰਟੇ ਉਹ ਫੈਲਾਈ, 12 ਘੰਟੇ ਤੋਂ ਬਾਅਦ ਉਹਨੇ ਮੈਨੂੰ ਪਾਰਟੀ 'ਚੋਂ ਕੱਢ ਦਿੱਤਾ, ਇਹ ਕਹਿ ਕੇ ਵੀ ਉਹ ਜਲਦੀ ਜਾ ਰਹੇ ਸੀ ਬਈ ਆਪਣੇ ਆਪ ਨੂੰ ਅਸੀਂ ਬਚਾਉਣ ਲਈ ਪਾਰਟੀ ਨੂੰ, ਤਾਂ ਜਾ ਕੇ ਇਹਨਾਂ ਨੂੰ ਅਸੀਂ ਕੱਢ ਦਿੱਤਾ। ਲੇਕਿਨ ਭਾਈ ਅੱਜ ਤਾਂ ਮੈਨੂੰ 3 ਮਹੀਨੇ ਤੋਂ ਵੱਧ ਹੋ ਗਿਆ ਸਮਾਂ, ਮੈਂ ਤਾਂ ਹੁਣ ਤੱਕ ਵੀ ਕਾਂਗਰਸ ਵਿੱਚ ਨਹੀਂ ਗਿਆ। ਵੇ ਜਾ ਕੌਣ ਰਿਹਾ ਸੀ? ਇਹਦਾ ਮਤਲਬ ਸੌਦਾਬਾਜ਼ੀ ਇਹਨਾਂ ਦੀ ਕੋਈ ਹੋਣੀ ਆ, ਇਹਨਾਂ ਨੂੰ ਫਿਕਰ ਹੋਣਾ। ਮੈਨੂੰ ਤਾਂ ਕੋਈ ਫਿਕਰ ਨਹੀਂ, ਕਿਉਂਕਿ ਅਸੀਂ ਤਾਂ ਸਾਹਿਬ ਦੇ ਮਿਸ਼ਨ ਦੇ ਬੰਦੇ ਆ। ਲੇਕਿਨ ਮੈਂ ਆਜ਼ਾਦ ਆ, ਮੈਂ ਜਿੱਥੇ ਮਰਜ਼ੀ ਜਾਵਾਂ, ਪਰ ਆਪਣੀ ਜ਼ਮੀਰ ਹੁੰਦੀ ਆ। ਅੱਜ ਵੀ ਅਸੀਂ ਜਿਹੜੇ ਕਿਸਾਨ ਤੇ ਮਜ਼ਦੂਰਾਂ ਨਾਲ ਚੱਲੇ ਆ, ਉਹਦਾ ਮਤਲਬ ਹੈ ਅਸੀਂ ਸਾਹਿਬ ਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਸੋਚ ਨੂੰ ਲੈ ਕੇ ਚੱਲਣਾ ਆ। ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਿਹੜਾ ਬਹੁਜਨ ਬਣਾਇਆ ਉਹਦੇ ਨਾਲ ਖੜਨਾ ਆ। ਇਹ ਸਾਡੀ ਸੋਚ ਆ, ਕਿਉਂਕਿ ਇਸ ਸੋਚ 'ਤੇ ਹੀ ਖੜਾਂਗੇ। ਕਿਉਂਕਿ ਇਹ ਜੋ ਮਰਜ਼ੀ ਕਰਨ, ਇਹਨੇ ਕੱਢ ਦਿੱਤਾ, ਇਹਨੇ ਆਪਣੇ ਜੋ ਪਾਰਟੀ 'ਚੋਂ ਕੱਢ ਸਕਦੇ ਆ, ਪਾਰਟੀ ਤਾਂ ਪਾਰਟੀ ਆ। ਲੇਕਿਨ ਇਹ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਮਿਸ਼ਨ ਆ ਔਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਸੋਚ ਤੋਂ ਸਾਨੂੰ ਪਰੇ ਨਹੀਂ ਕਰ ਸਕਦੇ। ਅੱਜ ਅਸੀਂ ਉਸ ਸੋਚ ਨੂੰ ਲੈ ਕੇ ਚੱਲ ਰਹੇ ਹਾਂ ਲਗਾਤਾਰ, ਲੇਕਿਨ ਉਹ ਚੱਲਦੇ ਹੀ ਰਹਾਂਗੇ। ਬੀਤੇ ਦਿਨੀ ਜੋ ਚਰਨਜੀਤ ਚੰਨੀ ਹੁਣੀ ਸਹੁੰ ਚੱਕੀ ਹੈ, ਆਪਣੇ ਸਮਾਜ ਦੇ ਬਹੁਤ ਮਾਣ ਵਾਲੀ ਗੱਲ ਹੈ। ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ? ਪਿਛਲੇ ਦਿਨੀ ਜਿਹੜਾ ਕਾਂਗਰਸ ਵਿੱਚ ਇੱਕ ਭੁਚਾਲ ਜਿਹਾ ਆਇਆ ਸੀ, ਅਤੇ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾਵਾਂ ਸੀ, ਕਿਉਂਕਿ ਇਲੈਕਸ਼ਨ ਸਿਰ 'ਤੇ ਆ, ਅਤੇ ਇਹ ਪਾਰਟੀ 'ਚ ਕਿੱਦਾਂ ਹੋਇਆ, ਬੜੇ ਸਾਰੇ ਅਜੀਬ ਸੀ। ਵੀ ਇੱਕ ਮੁੱਖ ਮੰਤਰੀ ਨੂੰ ਕਹਿ ਦਿੱਤਾ ਗਿਆ ਤੂੰ ਰਿਜ਼ਾਈਨ ਕਰ, ਅਤੇ ਰੌਲਾ ਪਿਆ। ਲੇਕਿਨ ਚਲੋ ਜਦੋਂ ਮੁੱਖ ਮੰਤਰੀ ਦਾ ਰਿਜ਼ਾਈਨ ਆ ਗਿਆ ਤਾਂ ਫਿਰ ਕੋਈ ਤਾਂ ਕੋਈ ਮੁੱਖ ਮੰਤਰੀ ਬਣਨਾ ਹੀ ਸੀ। ਲੇਕਿਨ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਜਿਹੜੇ ਕਿ ਅੱਜ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ, ਅੱਜ ਉਹਦੀ ਸਹੁੰ ਵੀ ਚੱਕ ਲਈ ਆ, ਅਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਕਿਉਂਕਿ ਚਲੋ ਇਸ ਗੱਲ ਦਾ ਮਾਣ ਤਾਂ ਹੈ ਵੀ ਸਾਡੀ ਕੌਮ ਦੇ ਯੋਧੇ ਆ, ਸਾਡੀ ਕੌਮ ਵਿੱਚੋਂ ਉਹਨਾਂ ਨੇ ਇਹ ਮੁੱਖ ਮੰਤਰੀ ਬਣਾਇਆ। ਇਸ ਗੱਲ ਦੀ ਤਾਂ ਸਾਨੂੰ ਖੁਸ਼ੀ ਆ, ਅਤੇ ਇਹ ਖੁਸ਼ੀ ਦੇ ਨਾਲ ਨਾਲ ਮੈਂ ਇਹ ਵੀ ਆਸ ਕਰਦਾ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹ ਹੁਣ ਦਲਿਤਾਂ ਦਾ ਧਿਆਨ ਰੱਖਣਗੇ। ਉਹ ਆਉਣ ਵਾਲਾ ਸਮੇਂ ਦਾ ਕੁਐਸਚਨ ਵੀ ਆ, ਔਰ ਇਸ ਗੱਲ ਦਾ ਸਾਨੂੰ ਮਾਣ ਵੀ ਆ। ਮੈਂ ਉਹਨਾਂ ਨੂੰ ਵਧਾਈ ਦਿੰਦਾ। ਅੱਜ ਅਸੀਂ ਤੁਹਾਨੂੰ ਮਿਲਾ ਰਹੇ ਸੀ ਪੰਜਾਬ ਦੇ ਸਾਬਕਾ ਪ੍ਰਧਾਨ ਰਿਸ਼ਪਾਲ ਰਾਜੂ ਜੀ, ਜੋ ਅੱਜ ਦੇ ਸਮੇਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲ ਰਹੇ ਨੇ। ਸੋ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ ਹੈ। ਸੋ ਉਹਨਾਂ ਨੂੰ ਮਿਲਣ 'ਤੇ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਦੇ ਗ੍ਰਹਿ ਵਿਖੇ ਆਏ ਹਾਂ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਜੈ ਭੀਮ, ਜੈ।